ਅੱਜ ਦੀ ਪੰਜਾਬ ਡਿਬੇਟ 'ਚ ਮੁੱਦਾ ਉਹੀ ਜਿੱਥੇ ਕੱਲ ਆਪਾਂ ਸਮਾਪਤੀ ਕੀਤੀ ਸੀ ਉੱਥੋਂ ਹੀ ਅੱਜ ਦੁਬਾਰਾ ਸ਼ੁਰੂ ਕਰ ਰਹੇ ਹਾਂ, ਕਿਉਂਕਿ ਇਸ਼ੂ ਹਲੇ ਵੀ ਅੱਜ ਉੱਥੇ ਹੀ ਖੜਾ ਹੈ। ਮੁੱਦਾ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਅਸਤੀਫਾ ਤੇ ਕਾਂਗਰਸ ਵੱਲੋਂ ਉਹਨਾਂ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ। ਇਨ ਬਿਟਵੀਨ ਕੋਸ਼ਿਸ਼ਾਂ ਜਾਰੀ ਰਹੀਆਂ, ਪਰ ਜਿੱਥੇ ਕੋਸ਼ਿਸ਼ਾਂ ਸੀਗੀਆਂ ਉੱਥੇ ਹੀ ਨਾਲ ਸਿੱਧੂ ਹੋਰਾਂ ਦਾ ਇੱਕ ਟਵੀਟ ਆ ਗਿਆ। ਉਹਨਾਂ ਨੇ ਟਵੀਟ ਦੇ ਵਿੱਚ ਜੋ ਗੱਲਾਂ ਕਹੀਆਂ ਉਹਦੇ ਮਾਇਨੇ ਜਿਹੜੇ ਨੇ, ਜੋ ਆਪਾਂ ਕੱਲ ਤੋਂ ਗੱਲਬਾਤ ਕਰ ਰਹੇ ਹਾਂ, ਉਹ ਕੱਢਣ ਦੀ ਜ਼ਰੂਰਤ ਆ। ਚਰਚਾ ਦੇ ਵਿੱਚ ਉਹ ਕਰਾਂਗੇ ਕਿਸ ਪਾਸੇ ਨੂੰ ਕਾਂਗਰਸ ਦੀ ਜਿਹੜੀ ਸਿਆਸਤ ਆ ਉਹ ਜਾ ਰਹੀ ਹੈ। ਉਹਨਾਂ ਦੇ ਇਤਰਾਜ਼ ਮੌਜੂਦਾ ਗਵਰਨਮੈਂਟ ਤੇ, ਉਹਨਾਂ ਦੇ ਇਤਰਾਜ਼ ਕਿ ਅਗਰ ਜਿਹੜੇ ਲੀਡਰਸ ਦੇ, ਜਿਹੜੇ ਆਫਿਸਰਸ ਦੇ ਮੁੱਦਿਆਂ ਉੱਤੇ ਪਹਿਲਾਂ ਮਸਲੇ ਸੀ ਉਹਨਾਂ ਨੂੰ ਹੀ ਅਗਰ ਦੁਬਾਰਾ ਲਗਾਉਣਾ ਹੈ ਤਾਂ ਫਿਰ ਫਾਇਦਾ ਕੋਈ ਨਹੀਂ ਹੈ। ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਮੈਂ ਲੜਾਂਗਾ, ਮੈਂ ਅੜਾਂਗਾ, ਜੇ ਮੁੱਦਿਆਂ ਵਾਸਤੇ, ਜੇ ਨੈਤਿਕਤਾ ਵਾਸਤੇ ਸਭ ਕੁਝ ਜਾਂਦਾ ਹੈ ਤਾਂ ਚੱਲ ਜਾਵੇ, ਮੈਨੂੰ ਕੋਈ ਪਰਵਾਹ ਨਹੀਂ ਹੈ। ਨੈਤਿਕਤਾ ਤੇ ਮੈਂ ਸਮਝੌਤਾ ਨਹੀਂ ਕਰ ਸਕਦਾ। ਇਸ ਦੇ ਨਾਲ ਹੀ ਕਈ ਲੀਡਰਾਂ ਦਾ ਉਹਨਾਂ ਨੂੰ ਮਿਲਣ ਦਾ ਸਿਲਸਿਲਾ ਜਾਰੀ ਰਿਹਾ। ਪਟਿਆਲਾ ਉਹਨਾਂ ਦੀ ਰਿਹਾਇਸ਼ ਤੇ ਗਏ, ਦੋ ਵਜ਼ੀਰ ਪ੍ਰਗਟ ਸਿੰਘ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਨੇ ਵੀ ਉਹਨਾਂ ਨਾਲ ਅੱਜ ਸਵੇਰੇ ਮੁਲਾਕਾਤ ਕੀਤੀ, ਕੱਲ ਰਾਤੀ ਵੀ ਉਹਨਾਂ ਨੇ ਮੁਲਾਕਾਤ ਕੀਤੀ ਸੀ। ਤੇ ਉਸ ਤੋਂ ਬਾਅਦ ਕੈਬਨਿਟ ਹੋਈ, ਲੰਬੀ ਚੌੜੀ ਕੈਬਨਿਟ ਹੋਈ। ਹਾਲਾਂਕਿ ਉਹਦੇ 'ਚ ਜੋ ਡਿਸੀਜ਼ਨ ਹੋਏ ਉਹ ਬਿਜਲੀ ਦੇ ਬਿੱਲਾਂ ਦੇ ਨਾਲ ਸੰਬੰਧਿਤ ਡਿਸੀਜ਼ਨ ਹੋਏ, ਜੋ ਕਿ ਮੁੱਖ ਮੰਤਰੀ ਕੈਪਟਨ ਚਰਨਜੀਤ ਸਿੰਘ ਚੰਨੀ ਨੇ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਜਿਹੜਾ ਹੈ ਉਹਨਾਂ ਪ੍ਰੈਸ ਬਰੀਫਿੰਗ ਦੇ ਦੌਰਾਨ ਉਹਨਾਂ ਨੇ ਦੱਸਿਆ, ਉਹਦੀ ਸਾਰੀ ਤਫਸੀਲ ਡਿਟੇਲ ਦੱਸੀ। ਤੇ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਇਹ ਜਿਹੜਾ ਇਸ਼ੂ ਹੈਗਾ ਜੋ ਸਿੱਧੂ ਸਾਹਿਬ ਉਹਨਾਂ ਦਾ, ਉਹਨਾਂ ਨੇ ਕਿਹਾ ਕਿ ਮੇਰੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਹੈ ਔਰ ਸਿੱਧੂ ਸਾਹਿਬ ਦੇ ਨਾਲ ਬੈਠ ਕੇ ਜਿਹੜਾ ਹੈ ਮਸਲਾ ਛੇਤੀ ਹੱਲ ਕਰ ਲਿਆ ਜਾਏਗਾ। ਮਸਲਾ ਕਦੋਂ ਹੱਲ ਹੋਏਗਾ, ਇਹਦਾ ਹੱਲ ਕੀ ਨਿਕਲੇਗਾ, ਕੀ ਜਿਹੜੇ ਉਹ ਇਤਰਾਜ਼ ਜਤਾ ਰਹੇ ਨੇ ਉਹ ਇਤਰਾਜ਼ ਜਿਹੜੇ ਆ ਉਹ ਦੂਰ ਹੋ ਜਾਣਗੇ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਅੱਜ ਦੀ ਜਿਹੜੀ ਪੰਜਾਬ ਦੀ ਰਾਜਨੀਤੀ ਉਹ ਘੁੰਮ ਰਹੀ ਹੈ ਔਰ ਇਸੇ ਤੇ ਚਰਚਾ ਦੇ ਲਈ ਅੱਜ ਆਪਾਂ ਅੱਗੇ ਵਧ ਰਹੇ ਹਾਂ। ਇਸ ਚਰਚਾ ਸਾਡੇ ਨਾਲ ਜੁੜਨਗੇ ਕਾਂਗਰਸ ਤੋਂ ਰਾਣਾ ਬਲਜੀਤ ਚਾਹਲ ਜੀ, ਅਕਾਲੀ ਦਲ ਤੋਂ ਗੁਰਿੰਦਰ ਸਿੰਘ ਸਿੱਧੂ ਜੀ, ਆਮ ਆਦਮੀ ਪਾਰਟੀ ਤੋਂ ਰਮਨ ਚਾਂਦੀ ਜੀ ਔਰ ਭਾਰਤੀ ਜਨਤਾ ਪਾਰਟੀ ਤੋਂ ਕੁਲਦੀਪ ਧਾਲੀਵਾਲ ਜੀ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਰਾਣਾ ਜੀ, ਗੱਲ ਉੱਥੋਂ ਹੀ ਸ਼ੁਰੂ ਜਿੱਥੇ ਕੱਲ ਖਤਮ ਹੋਈ ਸੀ। ਕਿਤੇ ਕਾਂਗਰਸ ਠੀਕ ਕਰਦੇ ਕਰਦੇ ਨੁਕਸਾਨ ਵੱਲ ਨੂੰ ਤਾਂ ਨਹੀਂ ਤੁਰ ਪਈ? ਰਾਣਾ ਜੀ ਦੇਖੋ ਭਰਦਵਾਜ ਸਾਹਿਬ, ਪਹਿਲਾਂ ਵੀ ਗੱਲ ਆਪਾਂ ਡਿਬੇਟ ਜਿੱਥੇ ਵਾਈਂਡ ਅਪ ਕੀਤੀ ਸੀ ਉਦੋਂ ਵੀ ਮੈਂ ਤੁਹਾਨੂੰ ਇੱਕੋ ਗੱਲ ਕੀਤੀ ਸੀ ਕਿ ਇਹ ਗੱਲ ਮੈਂ ਤੁਹਾਨੂੰ ਓਪਨਲੀ ਨਹੀਂ ਦੱਸ ਸਕਦਾ ਜਿੰਨਾ ਚਿਰ ਨਵਜੋਤ ਸਿੰਘ ਸਿੱਧੂ ਖੁਦ ਨਹੀਂ ਦੱਸ ਸਕਦੇ ਵੀ ਕੀ ਮਸਲਾ। ਬਟ ਕੱਲ ਇਸ਼ਾਰਾ ਮੈਂ ਤੁਹਾਨੂੰ ਉਦੋਂ ਵੀ ਕਰ ਦਿੱਤਾ ਸੀ ਕਿ ਜਿਹੜਾ ਇਹ ਅਸਤੀਫਾ ਦਿੱਤਾ ਹੈ ਪੰਜਾਬ ਦੇ ਮੁੱਦਿਆਂ ਲਈ ਦਿੱਤਾ, ਕਿ ਜਿਹੜੇ 4-4.5 ਸਾਲ ਤੋਂ ਬਿਲਕੁਲ ਨਹੀਂ ਹੱਲ ਹੋਏ, ਜਿਨ੍ਹਾਂ ਬੰਨੇ ਕੈਪਟਨ ਅਮਰਿੰਦਰ ਸਿੰਘ ਨੇ ਬਿਲਕੁਲ ਨਹੀਂ ਧਿਆਨ ਦਿੱਤਾ। ਉਹਦੇ ਸਭ ਤੋਂ ਵੱਡਾ ਮੁੱਦਾ ਸੀ ਬੇਅਦਬੀ ਦਾ। ਬੇਅਦਬੀ ਦੇ ਵਿੱਚ ਮੇਨ ਦੋਸ਼ੀ ਕੌਣ ਸੀ? ਸੁਮੇਧ ਸਿੰਘ ਸੈਣੀ ਸੀ, ਪ੍ਰਕਾਸ਼ ਸਿੰਘ ਬਾਦਲ ਸੀ, ਉਹਨਾਂ ਦਾ ਪਰਿਵਾਰ ਸੀ। ਸੁਮੇਧ ਸਿੰਘ ਸੈਣੀ ਨੂੰ ਇਲੈਕਸ਼ਨਾਂ ਤੱਕ ਜਿਹੜੇ ਬੰਦੇ ਨੇ ਬਲੈਂਕਟ ਬੇਲ ਲੈ ਕੇ ਦਿੱਤੀ, ਜਿਹੜੇ ਉਹਦੇ ਵਿਜੀਲੈਂਸ ਦੇ ਕੇਸਾਂ ਦੇ ਚ ਉਹਨੂੰ ਬੇਲ ਲੈ ਕੇ ਦਿੰਦਾ ਰਿਹਾ, ਉਸ ਤੋਂ ਬਾਅਦ ਜਿਹੜਾ ਬੰਦਾ ਸੁਮੇਧ ਸਿੰਘ ਸੈਣੀ ਦੇ ਹਰੇਕ ਕੇਸ ਨੂੰ ਲੜਦਾ ਰਿਹਾ, ਉਹ ਬੰਦੇ ਨੂੰ ਚੱਕ ਕੇ ਏਜੀ ਬਣਾ ਦਿੱਤਾ। ਤੇ ਦੂਸਰੀ ਤਰਫ ਮੈਂ ਸਮਝਦਾ ਕਿ ਅਕੋਰਡਿੰਗ ਟੂ ਜੁਡੀਸ਼ਰੀ ਇੱਕ ਸੈਕਸ਼ਨ 36 ਆਉਂਦੀ ਹੈ। ਸੈਕਸ਼ਨ 36 ਦੇ ਵਿੱਚ ਇਹ ਗੱਲ ਬਿਲਕੁਲ ਕਲੀਅਰ ਹੋ ਜਾਂਦੀ ਹੈ ਕਿ ਜਿਹੜਾ ਬੰਦਾ ਤੁਹਾਨੂੰ ਚਾਹੇ ਕੋਈ ਓਪੀਨੀਅਨ ਵੀ ਦੇ ਚੁੱਕਿਆ, ਸਲਾਹ ਦੇ ਚੁੱਕਿਆ, ਉਹ ਤੁਹਾਡਾ ਕੇਸ ਨਹੀਂ ਲੜ ਸਕਦਾ, ਕਿਸੇ ਵੀ ਤਰ੍ਹਾਂ ਨਹੀਂ ਲੜ ਸਕਦਾ, ਐਲੀਜੀਬਲ ਹੀ ਨਹੀਂ ਹੁੰਦਾ ਬੰਦਾ। ਪਰ ਕਿਤੇ ਨਾ ਕਿਤੇ ਇਹ ਬੰਦੇ ਨੇ ਤਾਂ ਉਹਨਾਂ ਦੇ ਕੇਸ ਦੇ ਵਿੱਚ ਉਹਨਾਂ ਨੂੰ ਬੇਲ ਦਵਾਈ ਹੈ, ਸਾਰਾ ਕੁਝ ਕੀਤਾ। ਸੋ ਹਾਊ ਕੈਨ ਟੈਕਨੀਕਲ ਪੁਆਇੰਟ ਨਾ ਕੈਪਟਨ ਅਮਰਿੰਦਰ ਸਿੰਘ ਚੱਲੇ ਸਨ ਆਪਣੇ ਪੰਜਾਬ ਤੋਂ, ਤਾਂ ਉਸੇ ਤਰ੍ਹਾਂ ਹੀ ਗੱਲਾਂ ਸ਼ੁਰੂ ਹੋ ਗਈਆਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਮਿਲਣਗੇ, ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨਗੇ, ਹੋ ਸਕਦਾ ਅਗਲੀ ਰਣਨੀਤੀ ਨੂੰ ਲੈ ਕੇ ਕੋਈ ਗੱਲਾਂ ਨਿਕਲ ਕੇ ਸਾਹਮਣੇ ਆਉਣਗੀਆਂ। ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਸਨ, ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਮੈਂ ਸਿਰਫ ਆਪਣੇ ਦੋਸਤਾਂ ਨਾਲ ਮਿਲਣਗਾ, ਰਾਜਨੀਤੀ ਕੋਈ ਮੁਲਾਕਾਤ ਨਹੀਂ ਹੋ ਸਕਦੀ। ਪਰ ਹੁਣ ਜਿਹੜੀ ਮੁਲਾਕਾਤ ਸਾਹਮਣੇ ਆਈ ਹੈ, ਇੱਕ ਕਿਤੇ ਨਾ ਕਿਤੇ ਸਿਆਸੀ ਭੁਚਾਲ ਇਸ ਦੇ ਨਾਲ ਵੀ ਆ ਸਕਦਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਪੈਦਾ ਹੋ ਚੁੱਕੀ ਹੈ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਆਪਣੇ ਅਸਤੀਫੇ ਦੇ ਬਰਕਰਾਰ ਬੈਠੇ ਹੋਏ ਨੇ ਤੇ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਆਪਣੇ ਨਵੀਂ ਰਣਨੀਤੀ ਕੱਢ ਰਹੇ ਨੇ ਤੇ ਹੁਣ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨ ਪਹੁੰਚ ਚੁੱਕੇ ਨੇ। ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ, ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਨੇ ਕੈਪਟਨ ਅਮਰਿੰਦਰ ਸਿੰਘ ਜੀ। ਇਸ ਵੇਲੇ ਦੀ ਵੱਡੀ ਖਬਰ ਦੇ ਰਹੇ ਹਾਂ, ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨੂੰ ਮਿਲਣ ਪਹੁੰਚ ਚੁੱਕੇ ਨੇ ਤੇ ਦਿੱਲੀ ਦੀਆਂ ਤਸਵੀਰਾਂ ਨੇ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਕੱਲ ਤੋਂ ਹੀ ਦਿੱਲੀ ਪਹੁੰਚ ਚੁੱਕੇ ਸਨ, ਕਪੂਰਥਲਾ ਹਾਊਸ ਦੇ ਵਿੱਚ ਪਹੁੰਚੇ ਸਨ। ਆਪਣਾ ਘਰ ਖਾਲੀ ਕਰਨ ਤੋਂ ਬਾਅਦ ਹੁਣ ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਨੇ।
ਹੋਮ ਮਿਨਿਸਟਰ ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਨੇ। ਜਿਸ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਨੇ ਕਿ ਜਦੋਂ ਦੇ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦਿੱਤਾ ਹੈ ਤੇ ਬੀਜੇਪੀ ਦੇ ਨਾਲ ਉਹਨਾਂ ਦੀਆਂ ਜ਼ਿਆਦਾ ਨਜ਼ਦੀਕੀਆਂ ਹੋਣ ਦੇ ਕਾਰਨ ਉਹਨਾਂ ਨੂੰ ਬੀਜੇਪੀ ਦੇ ਵਿੱਚ ਜਾਣ ਦੀ ਗੱਲਬਾਤ ਦੱਸੀ ਜਾ ਰਹੀ ਹੈ ਕਿ ਹੋ ਸਕਦਾ ਹੈ ਬੀਜੇਪੀ ਜੁਆਇਨ ਕਰ ਸਕਦੇ ਨੇ। ਜੋ ਮਸਲਾ ਅੱਜ ਕੱਲ੍ਹ ਦਾ ਚੱਲ ਰਿਹਾ ਹੈ, ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣਾ ਅਸਤੀਫਾ ਦਿੱਤਾ ਗਿਆ ਸੀਗਾ ਤੇ ਉਹਨਾਂ ਨੇ ਕਦੀ ਨਹੀਂ ਕਿਹਾ ਕਿ ਮੈਂ ਇੱਕ ਕਾਂਗਰਸ ਦੇ ਵਿੱਚ ਹੈਗਾ ਆ ਜਾਂ ਫਿਰ ਕਾਂਗਰਸ ਦੇ ਵਿੱਚ ਰਹੂੰਗਾ। ਤੇ ਨਾਲ ਹੀ ਉਹਨਾਂ ਨੇ ਇੰਨੀ ਗੱਲ ਵੀ ਕਹੀ ਸੀ, ਜੇਕਰ ਨਵਜੋਤ ਸਿੱਧੂ ਨੂੰ ਕੋਈ ਜ਼ਿੰਮੇਦਾਰੀ ਮਿਲਦੀ ਹੈ ਤੇ ਮੈਂ ਉਸ ਦਾ ਵਿਰੋਧ ਕਰਾਂਗਾ। ਤੇ ਕਿਆ ਸਾਰੇ ਪਾਸੇ ਹੀ ਚੱਲ ਰਹੇ ਨੇ। ਚਰਚਾਵਾਂ ਦਾ ਬਾਜ਼ਾਰ ਗਰਮ ਹੋ ਚੁੱਕਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨੂੰ ਮਿਲਣ ਪਹੁੰਚ ਚੁੱਕੇ ਨੇ ਤੇ ਅਮਿਤ ਸ਼ਾਹ ਨੂੰ ਮਿਲ ਕੇ ਹੁਣ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ, ਕਿਉਂਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣਾ ਅਸਤੀਫਾ ਦਿੱਤਾ ਗਿਆ ਉਸ ਤੋਂ ਬਾਅਦ ਹਾਈ ਕਮਾਨ ਦੇ ਉੱਤੇ ਵੀ ਆਪਣੀਆਂ ਤਾੜਨਾ ਕੀਤੀ ਗਈ। ਹਾਈ ਕਮਾਨ ਰਾਹੁਲ ਗਾਂਧੀ, ਪ੍ਰਿयंका ਗਾਂਧੀ ਤੇ ਸੋਨੀਆ ਗਾਂਧੀ ਨੂੰ ਵੀ ਟਵੀਟ ਕਰਕੇ ਉਹਨਾਂ ਵੱਲੋਂ ਬਿਆਨਬਾਜ਼ੀ ਕੀਤੀ ਗਈ ਕਿ ਇਹ ਰਾਹੁਲ ਗਾਂਧੀ ਤੇ ਪ੍ਰਿयंका ਗਾਂਧੀ ਅਨਐਕਸਪੀਰੀਅੰਸਡ ਦੇ ਇਸੇ ਦੇ ਚੱਲਦੇ ਹੋਏ ਜੋ ਜੀ ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੇ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚ ਚੁੱਕੇ ਨੇ। ਹੁਣ ਦੁਬਾਰਾ ਤੋਂ ਮੁੜ ਕੇ ਡਿਬੇਟ ਤੇ ਆਨੇ ਆ ਜੀ। ਅਨਿਲ, ਓਵਰ ਟੂ ਯੂ। ਚਰਚਾ ਆਪਣੀ ਹੋਰ ਇਸ਼ੂ ਤੇ ਚੱਲ ਰਹੀ ਆ ਤੇ ਨਾਲ ਕਾਂਗਰਸ ਦੇ ਮਤਲਬ ਚੱਲ ਤਾਂ ਕਾਂਗਰਸ ਦੇ ਇਸ਼ੂ ਤੇ ਰਹੀ ਆ, ਜੋ ਕਾਂਗਰਸ ਦੇ ਵਿੱਚ ਘਮਸਾਨ ਹੈ ਉਹ ਤੇ ਚੱਲ ਰਹੀ ਆ। ਵਿੱਚ ਨਵੀਂ ਖਬਰ ਜਿਹੜੀ ਹੈ ਇਹ ਵੀ ਕਾਂਗਰਸ ਵਾਸਤੇ ਕਿਤੇ ਨਾ ਕਿਤੇ ਜੋ ਇਸ ਵੇਲੇ ਚੱਲ ਰਿਹਾ ਹੈ ਪਾਰਟੀ ਦੇ ਅੰਦਰ, ਉਹਦੇ ਬਾਅਦ ਉਹਦਾ ਇੱਕ ਵੱਡਾ ਘਟਨਾਕ੍ਰਮ ਹੈ। ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਅਮਿਤ ਸ਼ਾਹ ਨੂੰ ਮਿਲਣਗੇ। ਪਹਿਲਾਂ ਉਹ ਪੁਆਇੰਟ ਜਿਹੜਾ ਆਪਾਂ ਕਰ ਰਹੇ ਉਹ ਤੇ ਚਰਚਾ ਕਰ ਲਈਏ, ਨਾਲ ਹੀ ਆਪਾਂ ਅੱਗੇ ਇਹਨੂੰ ਵੀ ਨਾਲ ਆਪਾਂ ਲੈ ਕੇ। ਹਾਂਜੀ, ਮੈਂ ਤੁਹਾਨੂੰ ਇਹ ਗੱਲ ਕਰ ਰਿਹਾ ਸੀ ਭਰਦਵਾਜ ਸਾਹਿਬ ਵੀ ਜਿਹੜੇ ਸੋਤਾ ਸਾਹਿਬ ਨੂੰ ਡੀਜੀਪੀ ਲਾਇਆ ਗਿਆ 2015 ਦੇ ਵਿੱਚ ਅਕਾਲੀ ਦਲ ਨੇ ਐਸਆਈਟੀ ਬਣਾਈ ਸੀ, ਉਸੇ ਐਸਆਈਟੀ ਦੇ ਮੁਖੀ ਸੀਗੇ। ਉਸੇ ਐਸਆਈਟੀ ਦੇ ਵਿੱਚ ਇਹਨਾਂ ਨੇ 2 ਨਿਰਦੋਸ਼ ਰਾਣਾ ਜੀ ਤੁਹਾਡੀ ਆਵਾਜ਼ ਬ੍ਰੇਕ ਕਰ ਰਹੀ ਹੈ। ਰਾਣਾ ਜੀ ਆ ਨਹੀਂ ਰਹੀ, ਆਵਾਜ਼ ਨਹੀਂ ਆ ਰਹੀ। ਤੁਹਾਡੀ ਆਵਾਜ਼ ਬ੍ਰੇਕ ਹੋ ਰਹੀ ਹੈ ਵਿੱਚ, ਲੱਗਦਾ ਕੁਝ ਕਨੈਕਟੀਵਿਟੀ ਦੀ ਪ੍ਰੋਬਲਮ ਹੈ। ਇਸ ਤੋਂ ਪਹਿਲਾਂ ਕਿ ਰਾਣਾ ਜੀ ਨਾਲ ਕੋਲ ਆਪਾਂ ਦੁਬਾਰਾ ਜਾਈਏ, ਰਮਨ ਜੀ ਕੀ ਲੱਗ ਰਿਹਾ ਜੀ ਸਾਰੇ ਘਟਨਾਕ੍ਰਮ ਤੋਂ ਇਸ ਵੇਲੇ? ਰਮਨ ਜੀ ਦੇਖੋ ਅਨਿਲ ਦੀ ਗੱਲ ਇਸ ਤਰ੍ਹਾਂ ਹੈ, ਜਿਵੇਂ ਚਾਹਲ ਸਾਹਿਬ ਜਿਵੇਂ ਕਹਿ ਰਹੇ ਨੇ, ਇਸ ਦਾ ਮਤਲਬ ਤਾਂ ਇਹੀ ਹੋ ਗਿਆ ਕਿ ਸਿੱਧਾ ਕਾਂਗਰਸ ਦੇ ਉੱਤੇ, ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਦੇ ਉੱਤੇ ਬਲੇਮ ਹੈ। ਇੱਕ ਮਿੰਟ ਰਮਨ ਜੀ ਇੱਕ ਮਿੰਟ ਰਾਣਾ ਜੀ ਆਵਾਜ਼ ਆ ਰਹੀ ਹੈ? ਮੈਨੂੰ ਲੱਗਦਾ ਦੁਬਾਰਾ ਕਨੈਕਸ਼ਨ। ਹਾਂਜੀ ਰਾਣਾ, ਹਾਂਜੀ ਰਮਨ ਜੀ ਮੈਂ ਆਣਾ ਤੁਹਾਡੇ ਕੋਲ। ਰਾਣਾ ਜੀ ਤੁਸੀਂ ਕੰਟੀਨਿਊ ਕਰੋ ਜਰਾ, ਕਿਉਂਕਿ ਤੁਹਾਡੀ ਆਵਾਜ਼ ਨਾ ਵਿੱਚ ਕੱਟ ਗਈ ਸੀ। ਹਾਂਜੀ, ਮੈਂ ਗੱਲ ਕਹਿ ਰਿਹਾ ਸੀਗਾ ਜੀ ਕਿ ਜਿਹੜੇ ਸੋਤਾ ਸਾਹਿਬ ਆਪਣੇ ਡੀਜੀਪੀ ਲਾਏ ਸੀਗੇ, ਹੁਣ ਲਾਏ ਆ 2015 ਚ ਐਸਆਈਟੀ ਦੇ ਮੁਖੀ ਸੀ, ਜਿਹਦੇ ਵਿੱਚ ਬੇਅਦਬੀ ਦੇ ਜੋ ਦੋਸ਼ੀ ਸੀਗੇ ਉਹਨਾਂ ਨੂੰ ਫੜਨ ਦੀ ਗੱਲ ਸੀ। ਬਾਦਲ ਵੱਲੋਂ ਸਰਕਾਰ ਵੱਲੋਂ ਐਸਆਈਟੀ ਬਣਾਈ ਗਈ ਸੀ, ਉਹਦੇ ਚ ਉਹਨਾਂ ਨੇ 2 ਨਿਰਦੋਸ਼ ਸਿੰਘਾਂ ਦਾ ਨਾਮ ਲੈ ਦਿੱਤਾ ਬੇਅਦਬੀ ਦਾ, ਤੇ ਉੱਥੇ ਉਸ ਕੇਸ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ। ਸੋ ਏਦਾਂ ਦੇ ਲੋਕਾਂ ਤੋਂ ਅਸੀਂ ਕਿਵੇਂ ਇਨਸਾਫ ਐਕਸੈਪਟ ਕਰ ਸਕਦੇ ਕਿ ਲੋਕ ਸਾਨੂੰ ਜਸਟਿਸ ਦੇ ਸਕਦੇ ਆ? ਨਵਜੋਤ ਸਿੰਘ ਸਿੱਧੂ ਨੇ ਕਲੀਅਰਟੀ ਗੱਲ ਕਰ ਦਿੱਤੀ ਕਿ ਉਹ ਲੋਕਾਂ ਤੋਂ ਅਸੀਂ ਇਨਸਾਫ ਦੀ ਆਸ ਕਿਵੇਂ ਰੱਖ ਸਕਦੇ ਹਾਂ ਜਿਨ੍ਹਾਂ ਲੋਕਾਂ ਨੇ ਪਿਛਲੇ 10 ਸਾਲਾਂ ਦੇ ਰਾਜ ਦੇ ਵਿੱਚ ਬਾਦਲ ਵਾਲਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੋਵੇ, ਜਾਂ ਉਸ ਨੂੰ ਡੀਜੀਪੀ ਲਾ ਸਕਦੇ ਆ ਜਿਹਨੇ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਫੜਨਾ ਤਾਂ ਕੀ ਸੀ ਬਲਕਿ ਬੇਕਸੂਰਾਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਸੋ ਇਸ ਵਕਤ ਕੋਈ ਨਵਜੋਤ ਸਿੰਘ ਸਿੱਧੂ ਦੀ ਕੋਈ ਨਿੱਜੀ ਲੜਾਈ ਨਹੀਂ ਕਿ ਕੁਰਸੀ ਦੀ ਲੜਾਈ ਆ। ਅੱਜ ਨਵਜੋਤ ਸਿੰਘ ਸਿੱਧੂ ਨੇ ਕੱਲ ਪਹਿਲਾਂ ਵਿਰੋਧੀ ਬੜਾ ਗੱਲ ਕਹਿੰਦੇ ਸੀਗੇ ਵੀ ਨਵਜੋਤ ਸਿੰਘ ਸਿੱਧੂ ਨੂੰ ਤਾਂ ਕੁਰਸੀ ਪਿਆਰੀ ਆ, ਪਰ ਉਹਨਾਂ ਨੇ ਪ੍ਰਧਾਨਗੀ ਉਹ ਚਲਾ ਕੇ ਮਾਰੀ। ਉਹ ਕਹਿੰਦੇ ਮੈਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਹਿੱਤ ਆ, ਪੰਜਾਬ ਦੇ ਮੁੱਦੇ ਆ। ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਵਿੱਚ ਨਸ਼ਾ ਵੇਚਿਆ, ਮਾਵਾਂ ਦੇ ਪੁੱਤ ਮਰਵਾਏ, ਉਹਨਾਂ ਲੋਕਾਂ ਦੀਆਂ ਫਾਈਲਾਂ ਖਲਵਾਉਣ ਦੀ ਗੱਲ ਹੈ, ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦੀ ਗੱਲ ਹੈ, ਤੇ ਸੁਮੇਲ ਸਿੰਘ ਸੈਣੀ ਵਰਗਿਆਂ ਨੂੰ ਅੰਦਰ ਦੇਣ ਦੀ ਗੱਲ ਹੈ। ਠੀਕ ਹੈ ਰਾਣਾ ਜੀ, ਗੱਲ ਪੁਆਇੰਟ ਇਹ ਹੈ ਕਿ ਦੇਖੋ ਜਿੱਥੇ ਤੱਕ ਗੱਲ ਹੈ ਕਿ ਸਿੱਧੂ ਸਾਹਿਬ ਨੇ ਪੁਆਇੰਟ ਰੇਜ਼ ਕੀਤੇ ਹੈ, ਠੀਕ ਹੈ, ਉਹਨਾਂ ਨੇ ਐਡਵੋਕੇਟ ਜਨਰਲ ਦੀ ਗੱਲ ਕੀਤੀ ਹੈ, ਉਹ ਟੈਕਨੀਕਲ ਪੁਆਇੰਟਸ ਹੈਗੇ ਜਿਹੜੇ ਉਹਨਾਂ ਤੇ ਉਸ ਤਰੀਕੇ ਨਾਲ ਉਹਨਾਂ ਨੇ ਆਪਣੀ ਗੱਲ ਰੱਖੀ ਹੈ, ਤੁਸੀਂ ਵੀ ਉਹ ਪੁਆਇੰਟ ਰੱਖਿਆ। ਦੂਜੀ ਗੱਲ ਡੀਜੀਪੀ ਸੋਤਾ ਸਾਹਿਬ ਦੀ ਤੱਕ ਗੱਲ ਹੈਗੀ, ਪੁਲਿਸ ਦਾ ਇੱਕ ਪ੍ਰੋਸੈਸ ਹੁੰਦਾ, ਉਹਦੇ ਵਿੱਚ ਕੀ ਨਿਕਲਿਆ, ਕੀ ਅਦਾਲਤਾਂ ਦੇ ਵਿੱਚ ਜਾ ਕੇ ਅੱਗੇ ਗੱਲ ਹੋਈ, ਇਲਜ਼ਾਮਬਾਜ਼ੀਆਂ, ਤੇ ਉਹ ਜਦੋਂ ਤੱਕ ਕਿਸੇ ਕੰਢੇ ਤੇ ਨਹੀਂ ਲੱਗ ਜਾਂਦਾ ਉਹ ਵੀ ਹੈ। ਬਟ ਹੁਣ ਕਹਾਣੀ, ਕਿਉਂਕਿ ਉਹਦੇ ਤੇ ਹੁਣ ਦੇਖੋ ਕੁਐਸਚਨਸ ਜਿਹੜੇ ਆ ਉਹ ਰੇਜ਼ ਲਗਾਤਾਰ ਹੋ ਰਹੇ ਆ। ਸਿੱਧੂ ਸਾਹਿਬ ਨੇ ਕੀਤਾ, ਤੁਸੀਂ ਵੀ ਗੱਲ ਕਰ ਲਈ, ਤੇ ਬਾਕੀ ਹੋਰ ਵੀ ਕਮੈਂਟ ਆਉਣਗੇ। ਪਰ ਹੁਣ ਮਸਲਾ ਤਾਂ ਉੱਥੇ ਹੈ, ਇਹ ਗੱਲਾਂ ਸਾਰੀਆਂ ਆ ਗਈਆਂ, ਹੋਊ ਕੀ? ਮਸਲਾ ਤਾਂ ਇਹ ਹੈ
ਕਾਂਗਰਸ ਦੇਖੋ ਹੁਣ ਇਹਦੇ ਨਾਲ ਜੁੜਦਾ ਜੋ ਕਿਰਦਾਰ ਆਪਣਾ ਘਟਨਾਕ੍ਰਮ ਹੈ ਨਵੀਂ ਹੁਣੇ ਖਬਰ ਡਿਬੇਟ ਚੱਲਦੇ ਆਈ ਹੈ ਕਿ ਕੈਪਟਨ ਸਾਹਿਬ ਜਿਹੜਾ ਹੈ ਉਹ ਅਮਿਤ ਸ਼ਾਹ ਨੂੰ ਮਿਲਣਗੇ ਹੋਮ ਮਿਨਿਸਟਰ। ਦੇਖੋ ਪਹਿਲਾਂ ਤਾਂ ਕਿਉਂਕਿ ਉਹ ਸੀਐਮ ਸੀ ਤੇ ਉਹ ਬਤੌਰ ਪੰਜਾਬ ਦੇ ਰਿਪਰੈਜ਼ੈਂਟੇਟਿਵ ਪੰਜਾਬ ਦੇ ਹੈੱਡ ਹੋਣ ਦੇ ਨਾਤੇ ਉਹ ਜਾ ਕੇ ਉਹਨਾਂ ਨੂੰ ਮਿਲਦੇ ਸੀ। ਇਹਦਾ ਮਤਲਬ ਕਿੱਧਰਲੇ ਪਾਸੇ ਨੂੰ ਹੈ ਜੀ? ਕਾਂਗਰਸ ਦੇ ਵਿੱਚ ਜੋ ਚੱਲ ਰਿਹਾ ਉਹ ਬਿਲਕੁਲ ਮਤਲਬ ਹੁਣ ਸਿਸਟਮ ਦੇਖੋ ਕਿੱਥੇ ਜਾ ਰਿਹਾ। ਚੱਲ ਸਾਹਿਬ ਗੱਲ ਸੁਣੋ ਜੀ ਮੇਰੀ ਗੱਲ। ਇਸ ਵਕਤ ਜਿਹੜਾ ਕੈਪਟਨ ਸਾਹਿਬ ਨੂੰ ਜਿਹੜਾ ਪਾਸੇ ਕੀਤਾ ਇਹ ਸਭ ਤੋਂ ਵੱਡੀ ਕਾਂਗਰਸ ਕਾਡਰ ਦੀ ਇੱਕ ਬੇਨਤੀਆਂ ਸੀ ਹਾਈ ਕਮਾਂਡ ਨੂੰ, ਜਾਂ 117 ਜਿੱਤੇ ਹੋਏ ਹਾਰੇ ਹੋਏ ਐਮਐਲਏਆਂ ਦੀਆਂ ਬੇਨਤੀਆਂ ਸੀ ਜਿਹੜੀਆਂ ਹਾਈ ਕਮਾਂਡ ਨੇ ਪ੍ਰਵਾਨ ਕੀਤੀਆਂ ਕਿ ਭਾਈ ਕੈਪਟਨ ਸਾਹਿਬ ਦੇ ਹੁੰਦੇ ਮਸਲੇ ਨਹੀਂ ਹੱਲ ਹੋ ਸਕਦੇ। ਕੋਈ ਇਹ ਗੱਲ ਨਹੀਂ ਸੀ ਕਿ ਸਾਨੂੰ ਕੈਪਟਨ ਸਾਹਿਬ ਚੀਫ ਮਿਨਿਸਟਰ ਚੰਗੇ ਨਹੀਂ ਲੱਗਦੇ ਸੀ, ਗੱਲ ਮੁੱਦਿਆਂ ਦੀ ਸੀਗੀ। ਪਰ ਜੇ ਹੁਣ ਕੈਪਟਨ ਸਾਹਿਬ ਪਿਛਲੇ ਦਿਨਾਂ ਤੋਂ ਦੇਖ ਲਓ ਤੁਸੀਂ, ਜਦੋਂ ਇਹ ਫਿਊਡਲ ਲੋਕ ਰਾਸ਼ਟਰਵਾਦ ਦੀਆਂ ਗੱਲਾਂ ਕਰਨ ਲੱਗ ਗਏ, ਇਹੋ ਜਿਹੀਆਂ ਘਿਨੌਣੀਆਂ ਗੱਲਾਂ ਕਰਨ ਲੱਗ ਗਏ ਕਿ ਪੰਜਾਬ ਨੂੰ ਖਤਰਾ, ਤਾਂ ਆਪਾਂ ਸਮਝ ਸਕਦੇ ਹਾਂ ਕਿ ਆਰਐਸਐਸ ਦੀ ਬੋਲੀ ਪਿਛਲੇ ਬਹੁਤ ਦਿਨਾਂ ਤੋਂ ਬੋਲ ਰਹੇ ਸੀ। ਉਹ ਗੱਲ ਅੱਜ ਹੁਣ ਖੁੱਲ ਕੇ ਸਾਹਮਣੇ ਆ ਗਈ ਜਦੋਂ ਮੀਟਿੰਗ ਕਰਕੇ ਆਉਣਗੇ। ਕੈਪਟਨ ਸਾਹਿਬ ਤਾਂ ਬੋਲੀ ਬੀਜੇਪੀ ਤੇ ਅਕਾਲੀ ਦਲ ਦੀ ਬੋਲ ਰਹੇ ਸੀ ਪਿਛਲੇ 4.5 ਸਾਲ ਦੇ ਵਿੱਚ, ਕੀਤਾ ਹੀ ਕੁਛ ਨਹੀਂ ਕੈਪਟਨ ਸਾਹਿਬ ਨੇ। 75-25 ਦੀ ਗੇਮ ਜੋ ਸਿੱਧੂ ਸਾਹਿਬ ਦੇ ਅਸੀਂ ਸ਼ੁਰੂ ਤੋਂ ਕਹਿੰਦੇ ਆਏ ਆ ਉਹਨੂੰ ਹੁਣ ਅਮਲੀ ਜਾਮਾ ਪਹਿਨਾ ਦੇਣਗੇ ਇਸ ਗੱਲ ਦੇ ਵਿੱਚ ਆ ਕੇ। ਠੀਕ ਹੈ, ਚੱਲ ਸਾਹਿਬ ਦੁਬਾਰਾ ਆਉਂਗਾ। ਰਮਨ ਜੀ ਤੁਸੀਂ ਕੰਟੀਨਿਊ ਕਰ ਲਓ। ਦੋਵੇਂ ਘਟਨਾਕ੍ਰਮ ਸਾਹਮਣੇ ਨੇ ਤੁਹਾਡੇ ਜੋ ਇਸ ਟਾਈਮ ਚੱਲ ਰਿਹਾ ਹੈ। ਰਮਨ ਜੀ ਦੇਖੋ ਲੈਣ ਜੀ, ਮੈਂ ਥੈਂਕਫੁਲ ਹਾਂ ਚਾਹਲ ਸਾਹਿਬ ਦਾ ਬੈਠੇ ਨੇ ਇੱਥੇ ਕਿ ਇਹਨਾਂ ਨੇ ਬੇਬਾਕ ਹੋ ਕੇ ਆਪਣੀ ਹੀ ਪਾਰਟੀ ਦੀ ਲੀਡਰਸ਼ਿਪ ਨੂੰ ਜੋ ਕੁਝ ਇਹ ਕਿਹਾ ਪੰਜਾਬ ਦੀ ਜਨਤਾ ਦੇਖ ਵੀ ਰਹੀ ਹੈ, ਉਹ ਸਮਝ ਵੀ ਰਹੀ ਹੈ ਇਹਨਾਂ ਗੱਲਾਂ ਨੂੰ। ਮੇਰਾ ਮੰਨਣਾ ਇਹ ਹੈ ਕਿ ਸਿੱਧੂ ਸਾਹਿਬ ਨੇ ਟਵੀਟ ਕਰਕੇ ਅੱਜ ਜੋ ਉਹ ਫੇਸਬੁੱਕ ਤੇ ਲਾਈਵ ਹੋਏ ਨੇ, ਜਿਹੜੀਆਂ ਗੱਲਾਂ ਕਹੀਆਂ ਨੇ, ਹੋ ਸਕਦਾ ਕਿ ਚੀਫ ਮਿਨਿਸਟਰ ਸਾਹਿਬ ਨੂੰ ਚਾਰਜ ਲਏ ਨੂੰ 6-7 ਦਿਨ ਤਾਂ ਹੋਏ ਗਏ। ਇਹ ਗੱਲਾਂ ਲੀਡਰਸ਼ਿਪ ਦੇ ਵਿੱਚ ਪਹਿਲਾਂ ਤੋਂ ਵੀ ਹੋਈਆਂ ਹੋਣ। ਆਖਰਕਾਰ ਗੱਲਾਂ ਤਾਂ ਲੀਡਰਸ਼ਿਪ 'ਚ ਆਪਸ 'ਚ ਕਨਵਰਸੇਸ਼ਨ ਹੁੰਦੀ ਹੋਈ ਹੈ ਵੀ ਆਪਾਂ ਆਹ ਅਪੁਆਇੰਟ ਕਰਨਾ, ਅਫਸਰ ਆਹ ਨਹੀਂ ਕਰਨਾ। ਕਿਤੇ ਨਾ ਕਿਤੇ ਜਾ ਕੇ ਸੂਬੇ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ, ਜੇ ਕੋਈ ਕਾਂਗਰਸ ਦੇ ਅੰਦਰੂਨੀ ਗੱਲ ਨਿਕਲ ਕੇ ਆ ਰਹੀ ਹੈ ਤਾਂ ਕਿਤੇ ਨਾ ਕਿਤੇ ਤਾਂ ਇਹ ਸੱਚ ਹੋਏਗੀ। ਉਹ ਤੋਂ ਬਾਅਦ ਸਿੱਬਲ ਸਾਹਿਬ ਦੀ ਅੱਜ ਪ੍ਰੈਸ ਕਾਨਫਰੰਸ ਕਰਕੇ ਹਾਈ ਕਮਾਂਡ ਨੂੰ ਥੱਪੜ ਵੀ ਇੱਕ ਤਰ੍ਹਾਂ ਦਾ ਮਾਰ ਦਿੱਤਾ ਤੇ ਉਹਨੂੰ ਕਲਾਵੇ 'ਚ ਵੀ ਲੈ ਲਿਆ। ਮੈਂ ਉਹਨਾਂ ਦੀ ਡਿਬੇਟ ਤੋਂ ਇਹੀ ਸਮਝਦਾ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਵੀ ਉਹਨਾਂ ਨੇ ਘੂਰ ਵੀ ਪਾਤੀ ਉਹਨਾਂ ਨੂੰ ਤੇ ਕਲਾਵੇ 'ਚ ਵੀ ਲੈਣ ਦੀ ਕੋਸ਼ਿਸ਼ ਕੀਤੀ। ਹਾਈ ਕਮਾਂਡ ਕੋਲ ਕੋਈ ਵੀ ਪ੍ਰਧਾਨ ਨਹੀਂ, ਐਕਟਿਵ ਪ੍ਰੈਜ਼ੀਡੈਂਟ ਕੋਈ ਨਹੀਂ ਹੈ। ਉਹਨਾਂ ਨੇ ਵੀ ਇਹ ਮੁੱਦਾ ਚੱਕਿਆ ਕਿ ਫੈਸਲਾ ਕੌਣ ਲੈਂਦਾ, ਆਖਿਰਕਾਰ ਲੈਂਦਾ ਕੌਣ ਹੈ ਫੈਸਲਾ? ਪਰਿਵਾਰਵਾਦ ਲੈ ਕੇ ਗੱਲ ਉੱਥੇ ਪਰਿਵਾਰਵਾਦ ਤੇ ਆ ਜਾਂਦੀ ਹੈ ਵੀ ਇੱਕੋ ਹੀ ਪਰਿਵਾਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਫੈਸਲਾ ਲੈ ਰਿਹਾ। ਜਿਹੜੀ ਗੱਲ ਨੈਸ਼ਨਲ ਦੇ ਸਿਕਿਉਰਿਟੀ ਦੀ ਆ ਜਾਂਦੀ ਹੈ, ਪਹਿਲਾਂ ਤਾਂ ਇਹ ਗੱਲਾਂ ਕਦੇ ਹੋਈਆਂ ਨਹੀਂ, ਅੱਜ ਕਿਉਂ ਇਹ ਗੱਲਾਂ ਨਿਕਲ ਕੇ ਆਉਂਦੀਆਂ ਨੇ? ਕੈਪਟਨ ਸਾਹਿਬ ਜਦੋਂ ਚੀਫ ਮਿਨਿਸਟਰ ਸੀ, ਜਦੋਂ ਸਿੱਧੂ ਸਾਹਿਬ ਪਾਕਿਸਤਾਨ ਗਏ ਨੇ, ਉਹਨਾਂ ਦੇ ਕੋਲ ਪਾਵਰ ਸੀ, ਉਹ ਚੀਫ ਮਿਨਿਸਟਰ ਸੀ, ਤਾਂ ਕਿਉਂ ਨਹੀਂ ਉਹਨਾਂ ਨੇ ਐਕਸ਼ਨ ਲਿਆ ਨਵਜੋਤ ਸਿੱਧੂ ਦੇ ਖਿਲਾਫ? ਉਸ ਟਾਈਮ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਸੀ ਉਸ ਟਾਈਮ, ਫਿਰ ਨਵਜੋਤ ਸਿੱਧੂ ਦੇ ਖਿਲਾਫ ਵੀ ਇਹ ਆਪਣੇ ਪੰਜਾਬ ਲਈ ਖਤਰਾ ਹੈ। ਇਹ ਗੱਲਾਂ ਜਿਹੜੀਆਂ ਜੋ ਕੁਝ ਵੀ ਨੇ ਇਹ ਸਿਰਫ ਲੋਕਾਂ ਨੂੰ ਭਰਮਾਉਣ ਔਰ ਡਰਾਉਣ ਵਾਸਤੇ ਕਰ ਰਹੇ ਨੇ। ਰਹੀ ਗੱਲ ਏਜੀ ਨੂੰ ਔਰ ਡੀਜੀਪੀ ਨੂੰ ਅਪੁਆਇੰਟ ਕਰਨ ਦੀ, ਅੱਜ ਸਵੇਰੇ ਮੈਂ ਦੇਖੋ, ਮੈਂ ਨਹੀਂ ਕਹਿ ਰਿਹਾ, ਪ੍ਰੈਸ ਹੀ ਕਹਿ ਰਹੀ ਹੈ, ਪੰਜਾਬ ਟੀਵੀ ਦੇ ਆਪਣੇ ਦੇਖੋ ਕਿ ਟੀਵੀ ਕਿਹੜੇ ਦੇਖੋ ਹਾਂ ਨਹੀਂ ਦੇਖੋ ਆਪਾਂ ਦੇਖੋ ਚਲੋ ਗੱਲ ਜੇ ਕਿਤੇ ਕੋਈ ਨਾ, ਉਹਨਾਂ ਨੇ ਦੇਖੋ ਯਾਦਵਿੰਦਰ ਜੀ ਨੇ ਇਹ ਗੱਲ ਕਹੀ ਸੀ ਵੀ ਸਾਨੂੰ ਸੋਰਸਾਂ ਤੋਂ ਇਹ ਪਤਾ ਲੱਗਿਆ ਕਿ ਪੈਸਾ ਵੀ ਲਿਆ ਗਿਆ। ਮੈਂ ਨਹੀਂ ਕਹਿੰਦਾ ਇਹ ਗੱਲ, ਮੈਂ ਤਾਂ ਇੱਕ ਦੁਹਰਾ ਰਿਹਾ ਗੱਲ ਵੀ ਕਿਤੇ ਨਾ ਕਿਤੇ ਰਮਨ ਜੀ ਮੈਂ ਤੁਹਾਨੂੰ ਇੰਟਰਪਟ ਕਰ ਇੱਕ ਮਿੰਟ, ਕਿ ਕਿਸੇ ਚੈਨਲ ਤੇ ਕੀ ਗੱਲ ਚੱਲੀ, ਕਿਹਨੇ ਕਹੀ, ਕਿਹਨੂੰ ਕਿਸੇ ਦੇ ਸੋਰਸਿਸ ਤੋਂ ਪਤਾ ਲੱਗਿਆ? ਦੇਖੋ ਆਪਾਂ ਗੱਲ ਆਪਣੀ ਇੱਥੇ ਕਰੀਏ ਕਿ ਤੁਹਾਡਾ ਜਿਹੜਾ ਪੱਖ ਹੈ ਤੁਸੀਂ ਉਹ ਰੱਖੋ, ਠੀਕ ਹੈ ਨਾ? ਕਿੱਥੇ ਕੀ ਚੱਲਿਆ, ਕਿਹਨੇ ਕੀ ਇਲਜ਼ਾਮ ਲਾਇਆ, ਉਸ ਚੀਜ਼ ਨਾਲ ਆਪਾਂ ਮੇਰਾ ਇਹ ਸਾਰਾ ਕੁਝ ਘਟਨਾਕ੍ਰਮ ਜੋ ਪਿਛਲੇ 3-4 ਮਹੀਨੇ ਤੋਂ ਚੱਲ ਰਿਹਾ ਹੈ, ਸਾਰਾ ਕੁਝ ਕੁਰਸੀ ਦਾ ਰੌਲਾ, ਹੋਰ ਕੁਝ ਨਹੀਂ ਹੈ। ਕੁਰਸੀ ਦੇ ਰੌਲੇ ਤੋਂ ਬਿਨਾਂ ਇਹਨਾਂ ਨੂੰ ਕੁਝ ਨਹੀਂ ਦਿਖਦਾ। ਸਾਰੀ ਕਾਂਗਰਸ ਅੱਜ ਆਪਣੇ ਆਪਣੇ ਸੈਟਅਪ ਦੇ ਵਿੱਚ ਲੱਗੀ ਹੋਈ ਹੈ। ਪੰਜਾਬ ਦੇ ਮੁੱਦਿਆਂ ਨੂੰ ਦਰਕਨਾਰ ਕੀਤਾ ਗਿਆ। ਅੱਜ ਜੋ ਇਸ ਘਟਨਾਕ੍ਰਮ ਤੋਂ ਬਾਅਦ ਅੱਜ ਸੀਐਮ ਚੰਨੀ ਸਾਹਿਬ ਨੇ ਜਿਹੜਾ ਐਲਾਨ ਕੀਤਾ, ਮੈਂ ਉਸ ਲਈ ਵੀ ਉਹਨਾਂ ਦਾ ਧੰਨਵਾਦੀ ਵੀ ਨਹੀਂ ਹੈ। ਜੇ ਕੋਈ ਚੰਗਾ ਕੰਮ ਕੀਤਾ ਤਾਂ ਉਹਦੀ ਪ੍ਰੇਜ਼ ਵੀ ਕਰਨੀ ਚਾਹੀਦੀ ਹੈ। ਚੰਨੀ ਜੀ ਨੇ ਜਿਹੜਾ ਬਿਜਲੀ ਮਾਫੀ ਦਾ ਕੀਤਾ, ਕਿਉਂਕਿ ਆਮ ਆਦਮੀ ਪਾਰਟੀ ਜਦੋਂ ਕੇਜਰੀਵਾਲ ਜੀ 29 ਜੂਨ ਨੂੰ ਆਏ ਸੀ, ਉਹਨਾਂ ਨੇ ਉਸ ਟਾਈਮ ਵੀ ਇਹ ਡਿਮਾਂਡ ਰੱਖੀ ਸੀ ਕਿ ਬਿਜਲੀ ਦੇ ਜਿਹੜੇ ਮੁੱਦੇ ਨੇ
ਉਹ ਸਹੀ ਢੰਗ ਨਾਲ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਨੇ। ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ 6 ਸਾਲ ਤੋਂ ਇਹ ਚੀਜ਼ ਲਾਗੂ ਕੀਤੀ ਵੀ ਅਸੀਂ ਕਾਫੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਸੀ। ਅੱਜ ਵੀ ਜਦੋਂ ਕੇਜਰੀਵਾਲ ਜੀ ਚੰਡੀਗੜ੍ਹ 에ਅਰਪੋਰਟ ਤੇ ਪਹੁੰਚੇ ਨੇ, ਉਹਨਾਂ ਨੇ ਸਭ ਤੋਂ ਪਹਿਲਾਂ ਵੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਡਿਮਾਂਡ ਕੀਤੀ ਹੈ ਕਿ ਪੰਜਾਬ ਸਰਕਾਰ ਇਹਨਾਂ ਮੁੱਦਿਆਂ ਨੂੰ ਛੱਡ ਕੇ ਜਿਹੜੇ ਤਿੰਨ ਬਿਜਲੀ ਦੇ ਸਮਝੌਤੇ ਨੇ ਉਹਨਾਂ ਨੂੰ ਰੱਦ ਕਰੇ, ਤਾਂ ਕਿ ਪੂਰਨ ਤੌਰ ਤੇ ਪੰਜਾਬ ਵਾਸੀਆਂ ਨੂੰ ਪੱਕੇ ਤੌਰ ਤੇ ਸਹੀ ਸੁਵਿਧਾ ਮਿਲ ਸਕੇ। ਗੱਲ ਤਾਂ ਇਹ ਕਰਨ ਦੀ ਹੈ। ਰਹੀ ਗੱਲ ਸਿੱਧੂ ਸਾਹਿਬ, ਕੈਪਟਨ ਸਾਹਿਬ ਦੀ ਔਰ ਚੰਨੀ ਸਾਹਿਬ ਦੀ ਕਰਨ ਦੀ, ਇੱਕ ਆਮ ਆਦਮੀ ਵੱਲੋਂ ਆਪਣੇ ਆਪ ਨੂੰ ਪੇਸ਼ ਕਰਨਾ ਮੁੱਖ ਮੰਤਰੀ ਵੱਲੋਂ, ਇਹ ਸਿਰਫ ਕਾਂਗਰਸ ਦੀਆਂ ਪੋਜੀਆਂ ਚਾਲਾਂ ਨੇ, ਲੋਕਾਂ ਨੂੰ ਭਾਵਤਾ ਦੇ ਵਿੱਚ ਲਿਆ ਕੇ ਵੋਟ ਬੈਂਕ ਤੇ ਅਸਰ ਪਾਉਣਾ, ਇਹੀ ਗੱਲਾਂ ਨੇ। ਹੋਰ ਤਾਂ ਮੈਨੂੰ ਅਨਿਲ ਜੀ ਇਹਦੇ ਵਿੱਚ ਕੁਝ ਨਹੀਂ ਦਿਖਦਾ। ਠੀਕ ਰਮਨ ਜੀ, ਆਨਾ ਤੁਹਾਡੇ ਕੋਲ ਦੁਬਾਰਾ। ਕੁਲਦੀਪ ਜੀ, ਕੁਲਦੀਪ ਧਾਲੀਵਾਲ ਜੀ, ਕੀ ਚੱਲ ਰਿਹਾ ਜੋ ਰਿਹਾ ਉਹ ਤਾਂ ਸਾਹਮਣੇ ਹੀ ਹੈ ਜੀ। ਤੁਹਾਡਾ ਕੀ ਨਜ਼ਰੀਆ ਆਪਣੀ ਪਾਰਟੀ ਦੇ ਪੱਖ ਤੋਂ? ਆ ਹੁਣੇ ਜਿਹੜੀ ਤਾਜ਼ਾ ਇੱਕ ਖਬਰ ਆ ਗਈ, ਕੈਪਟਨ ਸਾਹਿਬ ਗਏ ਆ ਅਮਿਤ ਸ਼ਾਹ ਜੀ ਨੂੰ ਮਿਲਣ, ਗ੍ਰਹਿ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਨੂੰ, ਤੇ ਗੱਲਾਂ ਤਾਂ ਕਈ ਦਿਨ ਤੋਂ ਚੱਲ ਰਹੀਆਂ ਸੀ। ਰਾਣਾ ਸਾਹਿਬ ਨੇ ਵੀ ਕਹਿਤਾ ਕਿ ਇਹ ਤਾਂ ਉਹਨਾਂ ਦੀ ਬੋਲੀ ਬੋਲਦੇ ਸੀ। ਕੀ ਮਾਇਨੇ ਕੱਢੀਏ ਜੀ ਇਹਦੇ? ਕੁਲਦੀਪ ਜੀ। ਭਾਰਦਵਾਜ ਜੀ, ਮੈਂ ਰਾਣਾ ਚਹਿਲ ਜੀ ਬਹੁਤ ਸਤਿਕਾਰਯੋਗ ਨੇ, ਬਹੁਤ ਅੱਛੇ ਬੁਲਾਰੇ ਵੀ ਹੈ, ਔਰ ਮੈਂ ਹਮੇਸ਼ਾ ਇਹਨਾਂ ਦੀਆਂ ਗੱਲਾਂ ਜਿਹੜੀ ਬਬਾਕੀ ਹੈ ਉਹਦਾ ਕਾਇਲ ਰਿਹਾ। ਪਰ ਜਿਹੜਾ ਇਹ ਕੱਲ ਤੋਂ ਬਹੁਤ ਬੁਰੇ ਤਰੀਕੇ ਨਾਲ ਸਾਰੇ ਜਿੰਨੇ ਹੀ ਪ੍ਰਵਕਤਾ ਹੈ, ਹੋਰ ਵੀ ਜਿਵੇਂ ਅੱਜ ਰਾਣਾ ਜੀ ਸਿੱਧੂ ਸਾਹਿਬ ਦੀ ਬੋਲੀ ਬੋਲ ਰਹੇ ਹੈ, ਬਲਿਆਂਵਾਲੀ ਸਾਹਿਬ ਕੈਪਟਨ ਸਾਹਿਬ ਦੀ ਬੋਲੀ, ਕੱਲ ਉਹਨਾਂ ਨੇ ਮੇਰੇ ਨਾਲ ਇੱਕ ਚੈਨਲ ਤੇ ਸਿੱਧਾ ਹੀ ਕਹਿ ਦਿੱਤਾ ਕਿ ਕੈਪਟਨ ਸਾਹਿਬ ਜਿਹੜਾ ਹੈਗਾ ਬੇਆਬਰੂ ਕਰਨਾ ਕਾਂਗਰਸ ਦੀ ਵੱਡੀ ਗਲਤੀ ਸੀ। तो ये आपस में स्पोक्स पर्सना की जी हैगी है उन्हों की आपस में बोली नहीं मिल रही। पर रही गल नैशनल, राणा जी मैं इस करके सत्कारयोग किया क्योंकि इन्हों के मूँहों इस तरह की गल मैनू एक्सपैक्टेड नहीं सी कि नैशनलिज्म की बोली कैप्टन साहब बोलन लग गए जो घटिया बोली है। मैं चहल साहब तुहानू ये गल कहनी चाहना कि नैशनलिज्म की बोली साडा प्राउड है, नैशनलिज्म की बोली बोलना साडा माण है हिंदुस्तानियों का। वो भावें साडा विरोधी नेता बोले, भावें असी बोलीए, कोई बोले, ते तुसीं उहनूं घटिया बोली कह रहे हो। ये मैनूं तुहाडे तो सुन के बड़ा गलत लग्या। मैं तुहाडा सत्कार करदा। कैप्टन साहब के बारे मैं गल जरूर रखनी चाहना कि जदों किते राष्ट्र ते आँच आई है, उन्होंने पार्टी तो उत्ते उठ के, उन्होंने स्टेटहुड तो उत्ते उठ के देश के नाल खड़न की गल की और इहदियां नेकां उदाहरणां है। अज दी उदाहरण नहीं हैगी। ਹੁਣ आम आदमी पार्टी के बुलारे कह रहे जी उदे नहीं बोले जी, उदे नहीं बोले जी। मैं इन्हां दे नाल जाल दे विच नहीं पाउंदा क्योंकि ये तां झोली अड्ड के देखी जांदे। राणा जी तुहाडे कोल आ रहे राणा जी आ रहे। ਉਹ ਝੋਲੀ ਅੱਡ ਕੇ ਵੇਖੀ ਜਾਂਦੇ ਵੀ ਸਿੱਧੂ ਵਾਲਾ ਬੇਰ ਕਦੋਂ ਇਹਨਾਂ ਦੀ ਝੋਲੀ 'ਚ ਡਿੱਗੇ। ਆਮ ਆਦਮੀ ਪਾਰਟੀ ਨੂੰ ਹੋਰ ਕੁਝ ਨਹੀਂ ਲੱਭ ਰਿਹਾ, ਇਹਨਾਂ ਨੂੰ ਤਾਂ ਦਿਖ ਰਿਹਾ ਵੀ ਕਿਵੇਂ ਸਿੱਧੂ ਉਧਰੋਂ ਹਟੇ ਕਾਂਗਰਸ ਤੋਂ ਤੇ ਇਹਨਾਂ ਦੀ ਝੋਲੀ 'ਚ ਆ ਕੇ ਡਿੱਗ ਪਈ। ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਇੱਥੇ ਸਾਡੇ ਦਰਸ਼ਕਾਂ ਨੂੰ ਕਿ ਜਿਸ ਤਰੀਕੇ ਨਾਲ ਪਹਿਲਾਂ ਇੱਕ ਜੱਟ ਸੀਐਮ ਬੇਆਬਰੂ ਕੀਤਾ ਗਿਆ ਕਾਂਗਰਸ 'ਚ, ਬਾਅਦ 'ਚ ਇੱਕ ਗਲਤ ਸੀਐਮ ਦੇ ਮੋਢੇ ਤੇ ਹੱਥ ਧਰ ਕੇ ਚਲਾਉਣ ਦੀ ਕੋਸ਼ਿਸ਼ ਕੀਤੀ। ਕੁਲਦੀਪ ਜੀ, ਮੈਂ ਫਿਰ ਇੰਟਰਪਟ ਕਰਨਾ ਪੈ ਰਿਹਾ ਮੈਨੂੰ। ਆਪਾਂ ਨਾ ਥੋੜਾ ਜਿਹਾ ਜਿਹੜਾ ਆਪਣਾ ਕੈਟੇਗਰੀ ਵਾਈਜ਼ ਜਿਹੜੀਆਂ ਹੈ ਉਹਦੇ ਤੇ ਥੋੜਾ ਜਿਹਾ ਆਪਾਂ ਅੰਕੁਸ਼ ਰੱਖ ਕੇ ਚੱਲੀਏ। ਮੈਂ ਮਾਨਯੋਗ ਸੁਪਰੀਮ ਕੋਰਟ ਦੇ ਜਿਹੜਾ ਹੈਗਾ ਉਹਦੇ ਰਹਿਤ ਦੇ ਵਿੱਚ ਰਹਿ ਕੇ ਗੱਲ ਕਰੂੰਗਾ। ਜਿਸ ਤਰ੍ਹਾਂ ਇੱਕ ਜੱਟ ਸੀਐਮ ਨਾਲ ਪਹਿਲਾਂ ਜਾਤੀ ਤੋਂ ਆਏ ਨਾਲ ਜਿਹੜਾ ਦੁਰਵਿਹਾਰ ਹੋਇਆ, ਫਿਰ ਅਨੁਸੂਚਿਤ ਜਾਤੀ ਸਮੁਦਾਇ ਤੋਂ ਆਏ ਇੱਕ ਸੀਐਮ ਨਾਲ ਦੁਰਵਿਹਾਰ ਹੋਇਆ, ਉਹਦੇ ਮੋਢੇ ਤੇ ਹੱਥ ਰੱਖ ਕੇ ਰਿਮੋਟ ਨਾਲ ਦੋ ਰਿਮੋਟ, ਇੱਕ ਰਿਮੋਟ ਪੰਜਾਬ 'ਚ, ਇੱਕ ਰਿਮੋਟ ਦਿੱਲੀ, ਆਪਦਾ ਮੰਤਰੀ ਪਰਿਸ਼ਦ ਉਹ ਨਹੀਂ ਚੁਣ ਸਕੇ, ਆਪਦੇ ਅਫਸਰ ਲਾਉਣ ਦੀ ਉਹਨਾਂ ਕੋਲੇ ਅਨੁਮਤੀ ਨਹੀਂ। ਰਾਣਾ ਜੀ ਕਹਿ ਰਹੇ ਆ ਵੀ ਜਿਹੜੇ ਅਫਸਰ ਲੱਗੇ ਆ ਉਹ ਸਾਨੂੰ ਪਸੰਦ ਨਹੀਂ, ਜਿਹੜੇ ਸਿੱਧੂ ਸਾਹਿਬ ਦੇ ਬੰਦੇ ਆ। ਸੀਐਮ ਸਾਹਿਬ ਨੂੰ ਖੁਦ ਪਤਾ ਨਹੀਂ ਕੌਣ ਬੰਦੇ ਲਾਤੇ, ਤਾਂ ਉਹ ਪੰਜਾਬ 'ਚ ਲਾ ਕੇ ਕੌਣ ਗਿਆ? ਇਹ ਵੱਡਾ ਪ੍ਰਸ਼ਨ ਹੈ। ਜਿਨ੍ਹਾਂ ਲੋਕਾਂ ਨੇ ਪੰਜਾਬ 'ਚ ਉਹ ਬੰਦੇ ਲਾਤੇ ਜਿਹੜੇ ਪੰਜਾਬੀਆਂ ਨੂੰ ਨਹੀਂ ਚਾਹੀਦੇ ਸੀ, ਸਿੱਧੂ ਸਾਹਿਬ ਨੂੰ ਨਹੀਂ ਚਾਹੀਦੇ ਸੀ, ਸੀਐਮ ਸਾਹਿਬ ਨੂੰ ਨਹੀਂ ਚਾਹੀਦੇ ਸੀ, ਉਹ ਲੋਕ ਕੌਣ ਹੈ? ਗੇਮ ਤਾਂ ਉਹ ਖੇਡੀ ਜਾਂਦੇ ਆ। तो सानू ये सारे ते विचार करने की लोड़ है। कांग्रेस बुरे तरीके नाल बैकफुट ते है और कांग्रेस आपदे वादे भुल चुकी है ਜਿਹੜੇ ਇਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ। ਅੱਜ ਲੋਕ ਇਹਨਾਂ ਦੇ ਜਾਖੜ ਸਾਹਿਬ ਕਹਿ ਗਏ ਸੀ ਪਹਿਲਾਂ ਜਿੱਦਾਂ ਸਿੱਧੂ ਸਾਹਿਬ ਦੀ ਪ੍ਰਧਾਨਗੀ ਸੀ ਕਿ ਜੇ ਕਿਤੇ ਕਿਸਾਨ ਅੰਦੋਲਨ ਅਸੀਂ ਨਾ ਕਰਾਇਆ ਹੁੰਦਾ ਇਹ ਸਾਰੇ ਧਰਨੇ ਸਾਡੇ ਬਾਹਰ ਝੁੱਲੇ ਸੀ। ਅੱਜ ਉਹ ਗੱਲ ਸਾਬਤ ਹੋ ਗਈ ਹੈ, ਸੱਚ ਸਾਬਤ ਹੋ ਗਈ ਹੈ। ਔਰ ਮੈਂ ਇਹ ਗੱਲ ਪੂਰੇ ਦਾਅਵੇ ਨਾਲ ਕਹਿਣਾ ਕਿ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਚੁਣਾਵ 'ਚ ਕਾਂਗਰਸ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਊਗਾ। अनुसूचित जाति समाज वालों भी भुगतना पऊगा और बाकी समाज वालों भी भुगतना।
ਕੁਲਦੀਪ ਜੀ ਠੀਕ ਹੈ, ਦੁਬਾਰਾ ਆਉਣਾ ਮੈਂ ਤੁਹਾਡੇ ਕੋਲ। ਰਾਣਾ ਜੀ ਇਹ ਤਾਂ ਕਹਿੰਦੇ ਜੀ ਵੀ ਗਲਤੀ ਹੋ ਗਈ ਤੇ ਜਿਹੜਾ ਹੈ ਕਾਂਗਰਸ 'ਚ ਹੁਣ ਜੋ ਕੁਝ ਚੱਲ ਰਿਹਾ ਹੈ ਉਹ ਧਾਲੀਵਾਲ ਸਾਹਿਬ ਦੀ ਗੱਲ ਤੁਸੀਂ ਸੁਣ ਲਈ। ਹਾਂਜੀ ਰਾਣਾ ਜੀ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਗੱਲ ਰਾਸ਼ਟਰਵਾਦ ਦੀ ਗੱਲ ਕਰਨੀ ਠੀਕ ਆ, ਅਸੀਂ ਸਾਰੇ ਰਾਸ਼ਟਰਵਾਦ ਦੀ ਗੱਲ ਕਰਦੇ ਆ, ਪਰ ਰਾਸ਼ਟਰਵਾਦ ਨੂੰ ਪੋਲਿਟਿਕਸ 'ਚ ਲਿਆ ਕੇ ਉਹਦੀ ਸਿਆਸਤ ਕਰਨਾ ਬਹੁਤ ਗਲਤ ਗੱਲ ਆ, ਜੋ ਕਿ ਇੱਕ ਭਾਜਪਾ ਦਾ ਵੀ ਸ਼ੁਰੂ ਤੋਂ ਏਜੰਡਾ ਰਿਹਾ, ਰਾਸ਼ਟਰਵਾਦ ਦੇ ਨਾਂ ਤੇ ਵੋਟ ਲੈਣੀ, ਭਗਵੇਂ ਤੇ ਵੋਟ ਲੈਣੀ। ਉਹ ਬੋਲੀ ਦੀ ਗੱਲ ਮੈਂ ਕੀਤੀ ਹੈ ਵੀ ਕੈਪਟਨ ਸਾਹਿਬ ਉਹ ਬੋਲੀ ਬੋਲਣ ਲੱਗ ਗਏ ਆ, ਕਿਉਂਕਿ ਪੰਜਾਬ ਨੂੰ ਨੈਸ਼ਨਲ ਸਿਕਿਉਰਿਟੀ ਤੋਂ ਕਿੱਥੋਂ ਖਤਰਾ? ਤੁਸੀਂ ਕਿਉਂ ਲੋਕਾਂ ਦੇ ਵਿੱਚ ਗਲਤ ਭੈ ਪਾਈ ਜਾਂਦੇ ਹੋ? ਕਿਹਦੀ ਬੋਲੀ ਆ? ਪਹਿਲਾਂ ਇਹ ਬੀਜੇਪੀ ਗੱਲਾਂ ਕਰਦੀ ਹੁੰਦੀ ਸੀਗੀ, ਉਸ ਤੋਂ ਬਾਅਦ ਜਦੋਂ ਬੀਜੇਪੀ ਦੀਆਂ ਗੱਲਾਂ ਤੋਂ ਬਾਅਦ ਕੈਪਟਨ ਸਾਹਿਬ ਚੀਫ ਮਿਨਿਸਟਰ ਹੁੰਦੇ ਸੀ, ਕੈਪਟਨ ਸਾਹਿਬ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਜੀ ਰਾਸ਼ਟਰਵਾਦ ਦੀਆਂ ਗਲਤ ਗੱਲਾਂ ਕਰ ਰਿਹਾ, ਕੋਈ ਨੈਸ਼ਨਲ ਸਿਕਿਉਰਿਟੀ ਦਾ ਸਾਨੂੰ ਪੰਜਾਬ ਨੂੰ ਖਤਰਾ ਨਹੀਂ ਜਿੰਨਾ ਚਿਰ ਮੈਂ ਮੁੱਖ ਮੰਤਰੀ ਬੈਠਾ। ਪਰ ਜਦੋਂ ਦੀ ਕੈਪਟਨ ਸਾਹਿਬ ਦੀ ਕੁਰਸੀ ਗਈ ਆ, ਕੁਰਸੀ ਖੁੱਸ ਗਈ ਕੈਪਟਨ ਸਾਹਿਬ ਦੀ, ਉਦੋਂ ਦੇ ਕੈਪਟਨ ਸਾਹਿਬ ਉਹੀ ਗੱਲਾਂ ਕਰਨ ਲੱਗੇ ਜਿਹੜੀ ਭਾਜਪਾ ਗੱਲਾਂ ਕਰਦੀ ਆ। ਕਦੇ ਕਾਂਗਰਸ ਪਾਰਟੀ ਨੇ ਸੈਕੂਲਰਿਜ਼ਮ ਦੀ ਗੱਲ ਕੀਤੀ ਹੈ, ਰਾਸ਼ਟਰਵਾਦ ਦੀ ਤਾਂ ਕਦੇ ਕਾਂਗਰਸ ਪਾਰਟੀ ਦੇ ਏਜੰਡੇ 'ਚ ਗੱਲ ਹੀ ਨਹੀਂ ਰਹੀ, ਇਹ ਏਜੰਡਾ ਹੀ ਬੀਜੇਪੀ ਦਾ ਰਿਹਾ। ਸੋ ਜਿਹੜਾ ਇਸ ਏਜੰਡੇ ਦੀਆਂ ਗੱਲਾਂ ਕਰਨ ਲੱਗ ਗਿਆ, ਤੁਸੀਂ ਸਮਝ ਸਕਦੇ ਹੋ ਕਿਹਦੀ ਬੋਲੀ ਬੋਲ ਰਿਹਾ ਤੇ ਕਿਹਦੇ ਕਹਿਣ ਤੇ ਬੋਲ ਰਿਹਾ। ਸੋ ਇਟਸ ਅ ਪਾਰਟ। ਮੈਂ ਧਾਲੀਵਾਲ ਸਾਹਿਬ ਦੀ ਗੱਲ ਦਾ ਜਵਾਬ ਦਿੱਤਾ। ਹੁਣ ਧਾਲੀਵਾਲ ਸਾਹਿਬ ਦੂਜੀ ਗੱਲ ਤੇ ਆ ਜਾਓ, ਤੁਸੀਂ ਗੱਲ ਕਰ ਰਹੇ ਹੋ ਕਿ ਸਪੋਕਸ ਪਰਸਨ ਜਾਂ ਉਹ ਗੱਲ ਕੀਤੀ ਹੈ ਤੁਸੀਂ ਬਲੀਏਵਾਲ ਦੀ ਜਾਂ ਹੋਰ ਗੱਲ। ਮੈਂ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੀ ਗੱਲ ਕੀਤੀ ਹੈ। ਸਰਦਾਰ ਨਵਜੋਤ ਸਿੰਘ ਸਿੱਧੂ ਦੇ ਨਾਲ ਅਸੀਂ ਤਾਂ ਖੜੇ ਹਾਂ ਕਿਉਂਕਿ ਜਿਹੜੇ ਮੁੱਦੇ 4.5 ਸਾਲ ਦੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਅਸਫਲ ਰਹੇ ਆ, ਉਹਨਾਂ ਮੁੱਦਿਆਂ ਲਈ ਅਸੀਂ ਬੋਲਦੇ ਆਏ ਆ। ਕਿਤੇ ਨਾ ਕਿਤੇ ਏਜੀ ਤੇ ਡੀਜੀਪੀ ਉਹਨਾਂ ਮੁੱਦਿਆਂ ਦੇ ਵਿੱਚ ਜੁੜੇ ਆ, ਕਿਉਂਕਿ ਇਹਨਾਂ ਲੋਕਾਂ ਨੇ ਹੀ ਮੁੱਦੇ ਹੱਲ ਕਰਨੇ ਆ। ਏਜੀ ਜੇ ਚੰਗੀ ਏਜੀ ਜੇ ਚੰਗੀ ਤਰ੍ਹਾਂ ਮੁੱਦੇ ਨਾਲ ਹੱਲ ਕਰ ਸਕੂਗਾ ਜਾਂ ਡੀਜੀਪੀ ਉਹਨਾਂ ਮੁੱਦਿਆਂ ਨੂੰ ਹੱਲ ਨਾ ਕਰ ਸਕੂਗਾ ਤੇ ਅਸੀਂ ਤਾਂ ਇਹਨਾਂ ਮੁੱਦਿਆਂ ਤੇ ਪਹਿਲਾਂ ਵੀ ਬੋਲਦੇ ਰਹੇ ਆ। ਹੁਣ ਜੇ ਇਸ ਚੀਜ਼ ਦੇ ਉੱਪਰ ਸਰਦਾਰ ਨਵਜੋਤ ਸਿੰਘ ਸਿੱਧੂ ਸਾਡੀ ਆਰਗੇਨਾਈਜੇਸ਼ਨ ਦੇ ਪ੍ਰਧਾਨ ਆ, ਉਹ ਗੱਲ ਕਰਨਗੇ, ਨੈਚੁਰਲੀ ਅਸੀਂ ਵੀ ਉਹੀ ਗੱਲ ਕਰਾਂਗੇ। ਸਾਡੇ ਲਈ ਪਾਰਟੀ ਸੁਪਰੀਮ ਜ਼ਰੂਰ ਆ, ਪਰ ਪਾਰਟੀ ਤੋਂ ਪਹਿਲਾਂ ਸਾਡੇ ਲਈ ਸਾਡਾ ਅਣਖ ਅਖਲਾਕ, ਕਿਉਂਕਿ ਦੋ ਮੁੱਦੇ ਗੁਰੂ ਨਾਲ ਜੁੜੇ ਆ ਇਸ ਵਕਤ। ਗੁਰੂ ਤੋਂ ਵੱਡੀ ਕੋਈ ਗੱਲ ਨਹੀਂ ਤੇ ਦੂਜਾ ਮੁੱਦਾ ਨਸ਼ੇ ਦੇ ਤੋਂ ਵੱਡੀ ਕੋਈ ਗੱਲ ਨਹੀਂ, ਕਿਉਂਕਿ 10 ਸਾਲ ਦੇ ਰਾਜ ਦੇ ਵਿੱਚ ਜਿਹੜੇ ਤੁਹਾਡੇ ਭਾਈਵਾਲ ਰਹੇ ਆ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੁਸੀਂ ਨੂੰਹ ਮਾਸ ਦਾ ਰਿਸ਼ਤਾ ਕੀਤਾ, ਉਹਨਾਂ ਦੇ ਨਾਲ ਰਲ ਕੇ ਜਿੰਨਾ ਬੇਅਦਬੀ ਦੇ ਦੋਸ਼ੀ ਅਕਾਲੀ ਆ, ਉਨੇ ਹੀ ਤੁਸੀਂ ਦੋਸ਼ੀ ਹੋ ਗੁਰੂ ਦੀ ਕਚਹਿਰੀ ਦੇ ਵਿੱਚ। ਜਿੰਨੇ ਨੌਜਵਾਨਾਂ ਦੇ ਕਤਲ ਅਕਾਲੀ ਦਲ ਦੇ ਜਿੰਮੇ ਕਹੂੰਗਾ, ਮੈਂ ਕਤਲ ਕਹੂੰਗਾ ਉਹਨਾਂ ਨੂੰ ਜਿਹੜੇ ਨਸ਼ੇ ਦੇ ਨਾਲ ਨੌਜਵਾਨ ਮਾਰੇ ਗਏ, ਉਹਨੇ ਹੀ ਕਤਲਾਂ ਦੇ ਜ਼ਿੰਮੇਦਾਰ ਤੁਸੀਂ ਹੋ। ਤੁਹਾਡੀਆਂ ਤਾਂ ਜ਼ਿੰਮੇਦਾਰੀਆਂ ਹੋਰ ਵੱਧ ਜਾਂਦੀਆਂ, ਤੁਹਾਡੇ ਜਿੰਮੇ ਬਹੁਤ ਵੱਡੇ ਕਤਲ ਆ, ਤੁਹਾਡੇ ਜਿੰਮੇ ਕਿਸਾਨੀ ਦੇ ਕਤਲ ਆ, ਜਿਹੜੇ 320 ਕਿਸਾਨ ਸ਼ਹੀਦ ਹੋ ਗਏ, ਸ਼ਹਾਦਤ ਪਾ ਗਏ। ਸੋ ਤੁਸੀਂ ਅੱਜ ਇਹ ਗੱਲਾਂ ਨਾ ਕਰੋ ਕਿ ਜੀ ਫਲਾਨਾ ਫਲਾਨੇ ਦੀ ਬੋਲੀ ਬੋਲਦਾ, ਫਲਾਨਾ ਫਲਾਨੇ ਦੀ ਬੋਲਦਾ। ਅਸੀਂ ਬੋਲੀ ਬੋਲਦੇ ਪੰਜਾਬ ਦੀ। ਇਹ ਫਿਤਰਤ ਬੀਜੇਪੀ ਦੀ ਰਹੀ ਹੈ ਕਿ ਜੀ ਆਪਦੇ ਲੋਕਾਂ ਦੀ ਪੰਜਾਬੀਅਤ ਦੀ ਗੱਲ ਛੱਡ ਕੇ ਬੀਜੇਪੀ ਦੇ ਏਜੰਡੇ ਦੀਆਂ ਗੱਲਾਂ ਕਰਦੇ ਰਹੇ ਆ। ਜਿੰਨਾ ਚਿਰ ਅਸੀਂ ਬੋਲਾਂਗੇ ਜੋ ਸਹੀ ਹੈ ਸਹੀ ਨੂੰ ਸਹੀ ਬੋਲਾਂਗੇ, ਗਲਤ ਨੂੰ ਗਲਤ ਬੋਲਾਂਗੇ। ਅੱਜ ਨਵਜੋਤ ਸਿੰਘ ਸਿੱਧੂ ਨੇ ਜੋ ਸਟੈਂਡ ਲਿਆ, ਬਿਲਕੁਲ ਸਟੈਂਡ ਸਹੀ ਲਿਆ। ਅਸੀਂ ਉਸ ਸਟੈਂਡ ਦੇ ਨਾਲ ਖੜੇ ਆ। ਅਸੀਂ ਵੀ ਆਪਦੇ ਅਸਤੀਫੇ ਦਿੱਤੇ ਆ ਕਿ ਜੇ ਦੋ ਬੰਦੇ ਏਜੀ ਲਾਏ ਜਾਣਗੇ, ਅਸੀਂ ਨਵਜੋਤ ਸਿੰਘ ਸਿੱਧੂ ਦੇ ਨਾਲ ਖੜੇ ਆ। ਰਾਣਾ ਜੀ ਇੱਥੇ ਨਾ ਇੱਕ ਪੁਆਇੰਟ ਹੋਰ ਆ ਜਾਂਦਾ। ਚੰਨੀ ਸਾਹਿਬ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਇਹ ਵੀ ਗੱਲ ਕੀਤੀ ਕਿ ਮੇਰੀ ਕੋਈ ਈਗੋ ਨਹੀਂ ਹੈ, ਅਗਰ ਕੋਈ ਅਹੁਦਿਆਂ ਨੂੰ ਲੈ ਕੇ ਕੋਈ ਕਿਸੇ ਕਿਸਮ ਦਾ ਵਿਵਾਦ ਹੈ, ਆਪਾਂ ਉਹਨੂੰ ਰੀਕਨਸੀਡਰ ਕਰਨ ਨੂੰ ਤਿਆਰ ਹੈ ਔਰ ਸਿੱਧੂ ਸਾਹਿਬ ਨਾਲ ਮਿਲ ਕੇ ਮੈਂ ਗੱਲਬਾਤ ਕਰੂੰਗਾ। ਪਰ ਦੂਜੇ ਪਾਸੇ ਸਿੱਧੂ ਸਾਹਿਬ ਦਾ ਜੋ ਟਵੀਟ ਆਇਆ, ਪਲੱਸ ਜੋ ਹਾਲੇ ਤੱਕ ਉਹਨਾਂ ਦਾ ਅਸਤੀਫਾ ਜਿਹੜਾ ਉਹ ਸਟੈਂਡ ਸਟਿਲ ਹੈ, ਜਿੱਥੇ ਸੀ ਉੱਥੇ ਹੀ ਹੈ, ਨਾ ਉਹਨਾਂ ਨੇ ਵਾਪਸ ਲੱਤਾ ਹੈ, ਨਾ ਉਹਨੂੰ ਸਵੀਕਾਰ ਕੀਤਾ ਗਿਆ, ਨਾ ਉਸ ਤੇ ਕੋਈ ਹਰੇ ਹੋਰ ਗੱਲਬਾਤ ਚੱਲੀ ਹੈ। ਇਨ ਬਿਟਵੀਨ ਕੈਪਟਨ ਸਾਹਿਬ ਦੇਖੋ, ਗੱਲਾਂ ਚਾਹੇ ਜੋ ਮਰਜ਼ੀ ਚੱਲੀ ਜਾਣ, ਪਰ ਕੈਪਟਨ ਸਾਹਿਬ ਅੱਜ ਵੀ ਇਸ ਮੂਵਮੈਂਟ ਤੱਕ ਵੀ ਉਹ ਜਿਹੜੇ ਨੇ ਕਾਂਗਰਸ ਦੇ ਵਰਕਰ ਨੇ, ਲੀਡਰ ਨੇ, ਕਾਂਗਰਸ ਦੇ ਵਿੱਚ ਨੇ। ਪਰ ਇਹ ਕਿਤੇ ਨਾ ਕਿਤੇ ਇਹ ਤਾਂ ਨਹੀਂ ਲੱਗ ਰਿਹਾ ਕਿ ਹੁਣ ਤਿੰਨ ਕੋਣੀ ਟੱਕਰ, ਜਿਵੇਂ ਆਮ ਇਲੈਕਸ਼ਨਾਂ 'ਚ ਹੁੰਦੀ ਹੈ, ਤਿੰਨ ਕੋਣੀ ਟੱਕਰ, ਆਪ ਪਾਰਟੀ ਇਹ ਕਿਤੇ ਕਾਂਗਰਸ 'ਚ ਤਾਂ ਨਹੀਂ ਸ਼ੁਰੂ ਹੋ ਗਈ? ਰਾਣਾ ਜੀ ਦੇਖੋ ਭਰਦਵਾਜ ਸਾਹਿਬ, ਪਹਿਲੀ ਗੱਲ ਤਾਂ ਨਾ ਮੈਂ ਤੁਹਾਨੂੰ ਗੱਲ ਇੱਕ ਬੜੀ ਕਲੀਅਰਟੀ ਨਾਲ ਕਰਦਾ ਵੀ ਜਦੋਂ ਦਾ ਕਿਸਾਨ ਅੰਦੋਲਨ ਹੋਇਆ, ਲੋਕ ਬੜੇ ਸੁਚੇਤ ਹੋ ਗਏ। ਲੋਕਾਂ ਨੂੰ ਆਪਦੇ ਹੱਕ ਹਕੂਕਾਂ ਦੀ ਮੰਗਾਂ ਰੱਖਣੀਆਂ ਤੇ ਆਪਦੇ ਸਵਾਲ ਕਰਨੇ ਲੋਕਾਂ ਨੂੰ ਆ ਗਏ। ਲੋਕ ਸਮਝ ਗਏ ਕਿ ਪੋਲੀਟੀਸ਼ੀਅਨ ਸਾਨੂੰ ਕਿੱਥੇ ਵਰਤਦੇ, ਕਿੱਥੇ ਨਹੀਂ ਵਰਤਦੇ। ਅੱਜ ਸੋਸ਼ਲ ਮੀਡੀਆ ਦੇ ਉੱਪਰ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨੂੰ ਲੈ ਕੇ ਵਿਰੋਧੀ ਜੋ ਮਰਜ਼ੀ ਗੱਲਾਂ ਕਰੀ ਜਾਣ, ਪਰ ਲੋਕਾਂ ਨੂੰ ਪਤਾ ਕਿ ਨਵਜੋਤ ਸਿੰਘ ਸਿੱਧੂ ਨੇ ਜੇ ਅਸਤੀਫਾ ਦਿੱਤਾ, ਪੰਜਾਬ ਦੇ ਮੁੱਦਿਆਂ ਤੇ ਮਸਲਿਆਂ ਲਈ ਗੱਲ ਕੀਤੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ, ਜਿੰਨੇ ਮਰਜ਼ੀ ਲੋਕ ਖੜੇ ਹੋ ਜਾਣ। ਬੀਜੇਪੀ ਵੀ ਵਿੱਚ ਖੜੀ ਹੋਊਗੀ, ਇਹਨਾਂ ਨੂੰ ਲੋਕ ਦੇਖ ਲਿਓ ਤੁਸੀਂ ਕਿੰਨਾ ਫੁੱਲ ਪਾਉਂਦੇ। ਸੋ ਲੋਕ ਬੜੇ ਸਮਝਦਾਰ ਹੋ ਗਏ ਆ, ਜਿੰਨੇ ਮਰਜ਼ੀ ਬੰਦੇ ਖੜੇ ਹੋ ਜਾਣ। ਜਿਹੜਾ ਅੱਜ ਦੀ ਕੜੀ ਦੇ ਵਿੱਚ ਪੰਜਾਬ ਦੀ ਗੱਲ ਕਰੂ, ਪੰਜਾਬ ਦੇ ਲੋਕਾਂ ਦੀ ਗੱਲ ਕਰੂ, ਪੰਜਾਬੀਅਤ ਦੀ ਗੱਲ ਕਰੂ, ਜਿਹੜੀ ਪਾਰਟੀ
ਲੋਕ ਉਹਨਾਂ ਦੇ ਨਾਲ ਆ, ਉਹਨਾਂ ਲੀਡਰਾਂ ਦੇ ਪਿੱਛੇ ਲੋਕ ਖੜੇ ਆ। ਉਹ ਪਹਿਲਾਂ ਵਾਲੀਆਂ ਗੱਲਾਂ ਗਈਆਂ ਜੋ ਕਿਸਾਨ ਅੰਦੋਲਨ ਤੋਂ ਪਹਿਲਾਂ ਚੱਲਦੀਆਂ ਸੀ ਕਿ ਬਾਦਲ ਸਾਹਿਬ ਜੀ ਲੰਬੀ ਹੋਰ ਗੱਲ ਕਰ ਗਏ ਤੇ ਮਲੋਟ ਆ ਕੇ ਹੋਰ ਗੱਲ ਕਰਤੀ ਤੇ ਮੁਕਤਸਰ ਹੋਰ ਕਰਤੀ ਤੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਹੋਰ ਗੱਲ ਕਰ ਦਿੱਤੀ। ਠੀਕ ਹੈ, ਚਾਲ ਸਾਹਿਬ ਦੁਬਾਰਾ ਨਾ ਖੜੋ। ਸ਼੍ਰੋਮਣੀ ਅਕਾਲੀ ਦਲ ਤੋਂ ਗੁਰਿੰਦਰ ਸਿੰਘ ਸਿੱਧੂ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਸਭ ਸਵਾਗਤ ਹੈ ਜੀ। ਥੋੜਾ ਲੇਟ ਹੋ, ਮੈਂ ਵਿਸ਼ਾ ਇੱਕ ਵਾਰ ਬਰੀਫ ਚ ਤੁਹਾਡੇ ਨਾਲ ਜਿਹੜਾ ਸ਼ੇਅਰ ਕਰ ਲਵਾਂ। ਆਪਣਾ ਇਸ ਵੇਲੇ ਚੱਲ ਰਿਹਾ ਜੀ ਕਾਂਗਰਸ ਦੇ ਵਿੱਚ ਜੋ ਘਮਾਸਾਨ ਚੱਲ ਰਿਹਾ ਉਹਦੇ ਤੇ ਸਿੱਧੂ ਸਾਹਿਬ ਦਾ ਅੱਜ ਫਿਰ ਇੱਕ ਟਵੀਟ ਆ ਜਾਣਾ। ਕਾਂਗਰਸ ਪਾਰਟੀ ਦੀਆਂ ਆ ਰਹੇ ਕੁਲਦੀਪ ਜੀ ਤੁਹਾਡੇ ਕੋਲ, ਇਹਨਾਂ ਤੋਂ ਬਾਅਦ ਨਾ ਆ ਰਿਹਾ, ਉਹ ਹੁਣੇ ਜੁੜੇ ਨੇ, ਉਹਨਾਂ ਨੂੰ ਥੋੜਾ ਕਰ ਲਈਏ, ਉਹਨਾਂ ਦਾ ਕਮੈਂਟ ਵੀ ਲੈ ਲਈਏ। ਤੋ ਸਿੱਧੂ ਸਾਹਿਬ, ਇੱਕ ਤਾਂ ਇਹ ਚੀਜ਼ ਕਿ ਸਿੱਧੂ ਸਾਹਿਬ ਦਾ ਕਮੈਂਟ ਆ ਗਿਆ ਨਵਜੋਤ ਸਿੱਧੂ ਹੋਰਾਂ ਦਾ, ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ। ਇਨ ਬਿਟਵੀਨ ਇੱਕ ਜਿਹੜੀ ਤਾਜ਼ਾ ਖਬਰ ਆਈ ਕਿ ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਥੋੜੀ ਦੇਰ ਪਹਿਲਾਂ ਗਏ। ਸਿੱਧੂ ਸਾਹਿਬ, ਤੁਹਾਡਾ ਓਪਨਿੰਗ ਕਮੈਂਟ ਸ਼੍ਰੋਮਣੀ ਅਕਾਲੀ ਦਲ। ਦੇਖੋ ਜੀ, ਤੁਸੀਂ ਦੇਖ ਹੀ ਰਹੇ ਹੋ ਕਿ ਪਿਛਲੇ 2 ਮਹੀਨੇ, ਤਕਰੀਬਨ 1.5 ਮਹੀਨੇ ਤੋਂ ਕਾਂਗਰਸ ਦੇ ਵਿੱਚ ਕੀ ਤਮਾਸ਼ਾ ਚੱਲ ਰਿਹਾ ਹੈ। ਇਹਨਾਂ ਲੋਕਾਂ ਨੂੰ, ਪੰਜਾਬ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ। ਮੈਂ ਹੁਣੇ ਜੇ ਸਾਡੇ ਭਾਈ ਸਾਹਿਬ ਬੋਲ ਰਹੇ ਸੀ, ਉਹ ਕਹਿੰਦੇ ਸੀ ਕਿ ਬਾਦਲ ਸਾਹਿਬ ਗੁੰਮਰਾਹ ਕਰਦੇ ਸੀ। ਬਾਦਲ ਸਾਹਿਬ ਨੇ ਤਾਂ 8-9 ਸਾਲ ਉਹਨਾਂ ਦੀ ਜੇਲ੍ਹ ਹੀ ਹੈ, ਲੋਕਾਂ ਲਈ ਮੋਰਚਿਆਂ ਦੇ ਵਿੱਚ ਲੜੇ ਨੇ ਉਹ, ਔਰ ਉਹ ਕਦੇ ਵੀ ਕਿਤੇ ਜਾ ਕੇ ਝੂਠ ਨਹੀਂ ਬੋਲਦੇ। ਜਿਸ ਤੱਕ ਮੇਰਾ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ 4 ਲੀਡਰ ਸੀਗੇ, ਟੌੜਾ ਸਾਹਿਬ, ਸੁਰਜੀਤ ਸਿੰਘ ਬਰਨਾਲਾ ਸਾਹਿਬ, ਪ੍ਰਕਾਸ਼ ਸਿੰਘ ਬਾਦਲ, ਜੈਦਾ ਤਲਵੰਡੀ ਹੋਣੀ, ਇਹ ਕਦੇ ਵੀ ਝੂਠ ਨਹੀਂ ਬੋਲਦੇ ਸੀ। ਇਹਨਾਂ ਨੇ ਕਦੇ ਵੀ ਝੂਠ ਨਹੀਂ ਬੋਲਿਆ, ਲੋਕਾਂ ਨੂੰ ਕਦੇ ਗੁੰਮਰਾਹ ਨਹੀਂ ਕੀਤਾ ਜਿਵੇਂ ਅੱਜ ਕਾਂਗਰਸ ਪਾਰਟੀ ਦੇ ਸਿੱਧੂ ਸਾਹਿਬ ਲੱਗੇ ਹੋਏ ਨੇ। ਮੈਂ ਤਾਂ ਕਹਿੰਦਾ ਵੀ ਇਹਨਾਂ ਲੋਕਾਂ ਨੂੰ, ਪੰਜਾਬ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ। ਇਹ ਆਪਦੀਆਂ ਹਉਮੈ ਨੂੰ ਮੂਹਰੇ ਰੱਖ ਕੇ ਚੱਲ ਰਹੇ ਨੇ। ਔਰ ਮੈਂ ਇਸ ਗੱਲ ਦੇ ਮਤਲਬ ਸਖਤ ਸ਼ਬਦਾਂ ਦੇ ਵਿੱਚ ਮੈਂ ਕਹਿੰਦਾ, ਲੋਕ ਇਹਨਾਂ ਨੂੰ 2022 ਦੇ ਵਿੱਚ ਕਰਾਰਾ ਜਵਾਬ ਦੇਣਗੇ, ਕਿਉਂਕਿ ਪਹਿਲਾਂ ਇਹਨਾਂ ਨੇ ਪ੍ਰਸ਼ਾਂਤ ਕਿਸ਼ੋਰ ਜੀ ਦੀਆਂ ਜਿਹੜੀਆਂ ਘਾੜਤਾਂ ਘੜੀਆਂ ਸੀ, ਉਹਨਾਂ ਦੇ ਉੱਤੇ ਇਹਨਾਂ ਨੇ ਲੋਕਾਂ ਨੂੰ ਰੱਜ ਕੇ ਝੂਠ ਬੋਲੇ ਤੇ ਉਸ ਉੱਤੇ ਕੁਰਸੀ ਹਥਿਆਈ ਹੈ। ਔਰ ਹੁਣ ਵੀ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਪ੍ਰਸ਼ਾਂਤ ਕਿਸ਼ੋਰ ਦੀ ਸਟ੍ਰੈਟਜੀ ਚੱਲ ਰਹੀ ਹੈ, ਜਿਹੜੀ ਆ ਸੀਐਮ ਸਾਹਿਬ ਵੱਲੋਂ ਲੋਕਾਂ ਦੇ ਘਰੇ ਚਾਹ ਪੀਣੀਆਂ, ਭੰਗੜੇ ਪਾਉਣੇ ਵਾਲੇ। ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਕੀ ਨੀਤੀ ਜਾਂ ਘੜੀ ਹੋਈ ਤੋਂ ਬਾਹਰ ਕੁਛ ਹੈਗਾ। ਬਾਕੀ ਮੈਂ ਨਵਜੋਤ ਸਿੰਘ ਸਿੱਧੂ ਜੀ ਨੂੰ ਤੁਹਾਡੇ ਮਾਧਿਅਮ ਤੋਂ ਇਹ ਅਪੀਲ ਕਰੂੰਗਾ ਕਿ ਪੰਜਾਬ ਦੇ ਕਿਸਾਨ ਬਾਰਡਰਾਂ ਤੇ ਪਿਛਲੇ 1 ਸਾਲ ਤੋਂ ਖੱਪ ਰਹੇ ਨੇ ਔਰ ਨੀਚੇ ਪਏ ਹੋਏ ਨੇ ਆਪਣੀਆਂ ਮੰਗਾਂ ਲਈ। ਕੀ ਤੁਸੀਂ ਉਹਨਾਂ ਲਈ ਨਹੀਂ ਸੋਚ ਸਕਦੇ, ਜਾਂ ਤੁਸੀਂ ਆਪਣੀ ਹਉਮੈ ਨੂੰ ਵਿਆਉਣ ਲਈ ਇਹ ਸਾਰਾ ਕੁਝ, ਕਿਉਂਕਿ ਮੁੱਖ ਮੰਤਰੀ ਨੂੰ ਲਾਉਣ ਲਈ ਵੀ ਪਹਿਲਾਂ ਉਹਨਾਂ ਨੇ ਮੋਢੀ ਰੋਲ ਅਦਾ ਕੀਤਾ ਕੈਪਟਨ ਅਮਰਿੰਦਰ ਸਿੰਘ ਨੂੰ, ਤੇ ਹੁਣ ਚੰਨੀ ਸਾਹਿਬ ਨੂੰ ਮਤਲਬ ਬਣੇ ਨੇ ਤਾਂ ਉਹਨਾਂ ਨੂੰ ਉਹ ਕੰਮ ਕਰ ਨਹੀਂ ਦੇ ਰਹੇ ਇੰਡੀਪੈਂਡੈਂਟਲੀ। ਤੇ ਹੁਣ ਮਤਲਬ ਅੱਜ ਜਿਹੜੀ ਸਿਚੁਏਸ਼ਨ ਹੈ ਉਹ ਇਹ ਹੈ ਕਿ ਪੰਜਾਬ ਦੇ ਲੋਕਾਂ ਬਾਰੇ ਕਾਂਗਰਸ ਪਾਰਟੀ ਬਿਲਕੁਲ ਨਹੀਂ ਸੋਚਦੀ। ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਬਾਰੇ ਤੁਸੀਂ ਕਿਹਾ ਕਿ ਉਹ ਅਮਿਤ ਸ਼ਾਹ ਨੂੰ ਮਿਲ ਜਾ ਰਹੇ ਨੇ, ਉਹ ਮੈਨੂੰ ਇਹ ਲੱਗਦਾ ਹੈ ਕਿ ਹੀ ਵਾਸ ਵੈਰੀ 올ਡ ਗਾਰਡ ਆਫ ਦਾ ਕਾਂਗਰਸ ਐਂਡ ਹੀ ਵਾਸ ਹਿਊਮਿਲੇਟਡ, ਸੋ ਹੀ ਇਜ਼ ਫ੍ਰੀ ਟੂ ਗੋ ਐਨੀਵੇਅਰ ਐਂਡ ਹੀ ਸ਼ੁਡ ਗੋ ਆਲਸੋ। ਇਹ ਨਹੀਂ ਕਿ ਦੇਖੋ, ਜਦੋਂ ਪਾਰਟੀ ਜਿੰਨਾ ਚਿਰ ਪ੍ਰਵਾਹ ਕਰਦੀ ਸੀ, ਪਾਰਟੀ ਨੂੰ ਉਹਨਾਂ ਨੂੰ ਲਾਉਣਾ ਨਹੀਂ ਚਾਹੀਦਾ ਸੀ। ਹਾਂ, ਜੇ ਕੋਈ ਪਾਰਟੀ ਨੂੰ ਗਰਜਸ ਸੀ ਤਾਂ ਉਹ ਉਹਨਾਂ ਨੂੰ ਕਹਿੰਦੇ ਕਿ ਵੀ ਆਹ ਗੱਲ ਨਹੀਂ ਹੋ ਰਹੀ, ਜਾਂ ਚਲੋ ਜਾਂ ਉਹਨਾਂ ਨੂੰ ਕਨਸੈਂਟ ਵਿੱਚ ਲੈ ਕੇ ਲਾ ਦਿੰਦੇ, ਕਿਉਂਕਿ ਉਹਨਾਂ ਨੇ ਪਹਿਲਾਂ ਹੀ, ਜਿਵੇਂ ਉਹਨਾਂ ਨੇ ਲਿਖਿਆ ਵੈਰੀ ਕਲੀਅਰਲੀ ਹੀ ਹੈਜ਼ ਰਿਟਨ ਕਿ ਮੈਂ ਮੈਡਮ ਸੋਨੀਆ ਗਾਂਧੀ ਜੀ ਨੂੰ ਕਿਹਾ ਸੀ ਕਿ ਇਫ ਯੂ ਵਾਂਟ ਮੀ ਟੂ ਡਿਸਕੰਟੀਨਿਊ ਆਈ ਵਿਲ ਡਿਸਕੰਟੀਨਿਊ, ਬਟ ਉਹਨਾਂ ਨੇ ਕਿਹਾ ਨਹੀਂ ਯੂ ਕੰਟੀਨਿਊ। ਤੇ ਉਸ ਦੇ ਬਾਵਜੂਦ ਵੀ ਉਹਨਾਂ ਨੂੰ ਹਿਊਮਿਲੀਏਟ ਕਰਕੇ ਮਤਲਬ ਕੁਰਸੀ ਤੋਂ ਉਤਾਰਨਾ, ਮੈਨੂੰ ਲੱਗਦਾ ਇਹ ਸਿੱਧੂ ਸਾਹਿਬ ਦੇ ਮਤਲਬ ਕਿਸੇ ਵੀ ਤਰ੍ਹਾਂ ਪੱਖ ਵਿੱਚ ਨਹੀਂ ਜਾਂਦਾ। ਔਰ ਸਿੱਧੂ ਸਾਹਿਬ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਹਿੱਤ ਨਹੀਂ, ਕੋਈ ਹੇਜ ਨਹੀਂ, ਔਰ ਉਹ ਆਪਣੀ ਹਉਮੈ ਨੂੰ ਵਿਆਉਣ ਲਈ ਕੁਝ ਵੀ ਕਰ ਸਕਦੇ ਨੇ, ਜੇ ਇੱਥੇ ਤੱਕ ਇਹ ਪ੍ਰੂਵ ਹੁੰਦਾ ਹੈ। ਠੀਕ ਹੈ ਸਿੱਧੂ ਸਾਹਿਬ, ਆਨਾ ਮੈਂ ਤੁਹਾਡੇ ਕੋਲ ਦੁਬਾਰਾ। ਹਾਂਜੀ ਕੁਲਦੀਪ ਜੀ, ਹੁਣ ਤੁਸੀਂ ਗੱਲ ਕਰੋ। ਕੁਲਦੀਪ ਜੀ। ਭਾਰਦਵਾਜ ਜੀ, ਮੈਂ ਇਹਦੇ ਵਿੱਚ ਗੱਲ ਇਹ ਰੱਖਣੀ ਚਾਹੁੰਦਾ ਕਿ ਜਿਹੜੀ ਜਿੱਥੋਂ ਤੱਕ ਗੱਲ ਹੈਗੀ ਕੈਪਟਨ ਸਾਹਿਬ ਦੀ, ਦੇਖੋ ਕੈਪਟਨ ਸਾਹਿਬ ਜਿਵੇਂ ਹੁਣੇ ਹੀ ਅਕਾਲੀ ਦਲ ਦੇ ਬੁਲਾਰੇ ਨੇ, ਸਤਿਕਾਰਯੋਗ ਨੇ, ਉਹਨਾਂ ਨੇ ਆਪਦੀ ਗੱਲ ਰੱਖਤੀ ਹੈ ਕਿ ਇਹ ਕੋਈ ਵੀ ਹੋਵੇ, ਭਾਵੇਂ ਅੱਜ ਉਹ ਕਾਂਗਰਸ ਦੇ ਹੀ ਨੇ, ਭਾਵੇਂ ਉਹ ਕੋਈ ਵੀ ਪਾਰਟੀ ਦਾ ਬੁਲਾਰਾ ਹੋਵੇ, ਮੈਂ ਕਿਸੇ ਤੋਂ ਵੀ ਕੈਪਟਨ ਸਾਹਿਬ ਬਾਰੇ ਇਹ ਨਹੀਂ ਸੁਣਿਆ ਕਿ ਕੈਪਟਨ ਸਾਹਿਬ ਨੂੰ ਲਾਹ ਦੇਣਾ ਚਾਹੀਦਾ ਸੀ, ਉਹਨਾਂ ਦਾ ਐਂ ਹੋਣਾ ਚਾਹੀਦਾ ਸੀ। ਹਰ ਇੱਕ ਬੰਦੇ ਨੇ ਮਹਿਸੂਸ ਕੀਤਾ ਕਿ ਯਾਰ ਐਡੇ ਵੱਡੇ ਬੰਦੇ ਨਾਲ ਉਹਦੀ ਬੇਇੱਜ਼ਤੀ ਹੋਈ ਹੈ, ਨਹੀਂ ਹੋਣੀ ਚਾਹੀਦੀ ਸੀ। ਔਰ ਇਹ ਗੱਲ ਕਿਸੇ ਪਾਰਟੀ ਦੇ ਬੁਲਾਰੇ ਹੋਣ ਦੇ ਨਾਤੇ ਨਹੀਂ, ਇੱਕ ਆਮ ਨਾਗਰਿਕ ਪੰਜਾਬ ਦਾ ਹੋਣ ਦੇ ਨਾਤੇ, ਪੰਜਾਬੀ ਹੋਣ ਦੇ ਨਾਤੇ ਅਸੀਂ ਮਹਿਸੂਸ ਕਰਦੇ ਹਾਂ। ਔਰ ਆਪਾਂ ਤਾਂ ਅਣਖ ਦੇ ਲੋਕ ਆ, ਜਿਹੜੇ ਅਣਖ ਲਈ ਚਾਹੁੰਦੇ ਆ। ਜਿਵੇਂ ਹੁਣੇ ਰਾਣਾ ਚਹਿਲ ਜੀ ਨੇ ਗੱਲ ਕੀਤੀ ਆ ਵੀ ਅਸੀਂ ਤਾਂ ਅਣਖ ਖਾਤਰ ਗੱਲ ਕਰਦੇ, ਤੇ ਇਹ ਤਾਂ ਬਹੁਤ ਵੱਡੀ ਪੰਜਾਬੀਆਂ ਦੀ ਅਣਖ ਤੇ ਸੱਟ ਹੈ ਵੀ ਇੱਕ ਐਡੇ ਵੱਡੇ ਲੀਡਰ ਨੂੰ, ਇੱਕ ਸਿੱਖ ਲੀਡਰ ਨੂੰ
ਇੱਕ ਜਿਹਨੂੰ ਸਾਰਾ ਜੱਟ ਸਮਾਜ ਜਿਹੜਾ ਆਪਦਾ ਲੀਡਰ ਕਹਿੰਦਾ ਹੋਵੇ, ਜਾਟ ਮਹਾਸਭਾ ਦਾ ਵੀ ਉਹ ਪ੍ਰਧਾਨ ਹੋਵੇ, ਉਹ ਬੰਦੇ ਦੀ ਇੰਨੀ ਬੇਇੱਜ਼ਤੀ ਕਰ ਦਿੱਤੀ ਗਈ ਕਿ ਉਹ ਖੁਦ ਲਿਖ ਰਿਹਾ ਵੀ ਮੇਰੀ ਬਹੁਤ ਬੇਇੱਜ਼ਤੀ ਹੋਈ ਹੈ। ਇਹ ਕਾਂਗਰਸ ਦੇ ਕਿਤੇ ਵੀ ਪੱਖ ਨਹੀਂ। ਦੂਜੀ ਗੱਲ ਜਿਹੜੀ ਸਿੱਧੂ ਸਾਹਿਬ ਦੀ ਗੱਲ ਹੈ, ਮੈਂ ਮੰਨ ਲੈਣਾ, ਰਾਣਾ ਚਹਿਲ ਸਾਹਿਬ ਦੀ ਗੱਲ ਮੰਨ ਲੈਣਾ ਹੈ ਕਿ ਇਹਨਾਂ ਨੂੰ ਨਹੀਂ ਪਸੰਦ ਆਇਆ ਵੀ ਭਾਈ ਆ ਜਿਹੜੀਆਂ ਨਿਯੁਕਤੀਆਂ ਹੋਈਆਂ ਇਹ ਨਿਯੁਕਤੀਆਂ ਪੰਜਾਬ ਦੇ ਹਿੱਤ ਵਿੱਚ ਨਹੀਂ। ਕੀ ਉਹ ਮੈਨੂੰ ਬਸ ਇਸ ਗੱਲ ਦਾ ਜਵਾਬ ਦੇ ਕੇ ਜਾਇਓ ਚਹਿਲ ਸਾਹਿਬ, ਸਾਰੇ ਦਰਸ਼ਕ ਵੀ ਜ਼ਰੂਰ ਜਾਣਨਾ ਚਾਹਣਗੇ ਕਿ ਸਿੱਧੂ ਸਾਹਿਬ ਦੇ ਅਸਤੀਫਾ ਦੇਣ ਨਾਲ ਨਿਯੁਕਤੀਆਂ ਪੰਜਾਬ ਦੇ ਹਿੱਤ ਵਿੱਚ ਹੋ ਗਈਆਂ? ਕੀ ਸਿੱਧੂ ਸਾਹਿਬ ਕੱਲ ਨੂੰ ਪਾਰਟੀ ਬਦਲ ਕੇ ਦੂਜੀ ਪਾਰਟੀ ਚਲੇ ਜਾਣਗੇ, ਉਹ ਨਿਯੁਕਤੀਆਂ ਪੰਜਾਬ ਦੇ ਹਿੱਤ ਵਿੱਚ ਹੋ ਜਾਣਗੀਆਂ? ਉਹ ਤਾਂ ਜਿਹੜੀ ਕੁਰਸੀ ਉਹਨਾਂ ਨੂੰ ਮਿਲਣੀ ਸੀ ਐਡੀ ਵੱਡੀ, ਉਹ ਕੁਰਸੀ ਤੇ ਬਹਿ ਕੇ ਉਹ ਸਾਰਾ ਕੁਝ ਕਰ ਸਕਦੇ ਸੀ, ਉਹਨਾਂ ਨੂੰ ਮਜਬੂਰੀ ਕੀ ਸੀ? ਔਰ ਦੂਜੀ ਗੱਲ ਜਿਹੜੀ ਸੀਐਮ ਸਾਹਿਬ ਨੇ ਗੱਲ ਇੰਨੇ ਵਧੀਆ ਤਰੀਕੇ ਨਾਲ, ਮੈਂ ਭਾਵੇਂ ਵਿਰੋਧੀ ਪਾਰਟੀ ਦਾ ਬੁਲਾਰਾ, ਪਰ ਮੈਂ ਜ਼ਰੂਰ ਇਹ ਗੱਲ ਰੱਖਣੀ ਚਾਹੁੰਦਾ ਕਿ ਸਤਿਕਾਰਯੋਗ ਸੀਐਮ ਸਾਹਿਬ ਚੰਨੀ ਸਾਹਿਬ, ਜਿਹੜੇ ਉਹਨਾਂ ਨੇ ਪਹਿਲਾਂ ਐਲਾਨ ਕੀਤੇ ਆ ਮੁੱਖ ਮੰਤਰੀ ਬਣਨਸਾਰ, ਔਰ ਅੱਜ ਵੀ ਉਹਨਾਂ ਨੇ ਕੀਤੇ ਆ, ਉਹ ਬੜੇ ਪੰਜਾਬ ਪੱਖੀ ਹੋ ਕੇ ਚੱਲ ਰਹੇ ਆ। ਤਾਂ ਕਿਉਂ ਅਨੁਸੂਚਿਤ ਜਾਤੀ ਦਾ ਸੀਐਮ ਸਿੱਧੂ ਸਾਹਿਬ ਤੋਂ ਬਰਦਾਸ਼ਤ ਨਹੀਂ ਹੋ ਰਿਹਾ? ਇਹ ਜ਼ਰੂਰ ਜਿਹੜਾ ਹੈਗਾ ਦਰਸ਼ਕਾਂ ਨੂੰ ਰਾਣਾ ਜੀ ਦੱਸ ਕੇ ਜਾਓ। ਕੁਲਦੀਪ ਜੀ ਬਾਅਦ ਤੁਹਾਡੇ ਕੋਲ ਦੁਬਾਰਾ ਆਉਣਾ ਮੈਂ। ਰਮਨ ਜੀ ਅੱਜ ਕੇਜਰੀਵਾਲ ਸਾਹਿਬ ਦਾ ਦੌਰਾ ਵੀ ਥੋੜਾ ਜਿਹਾ ਹਟ ਕੇ ਕਰ ਰਹੇ ਜਿਹੜਾ ਇਸ਼ੂ ਆਪਣਾ ਡਿਸਕਸ ਕਰ ਰਹੇ ਹਾਂ, ਪਰ ਕੇਜਰੀਵਾਲ ਸਾਹਿਬ ਵੀ ਅੱਜ ਆਏ ਚੰਡੀਗੜ੍ਹ ਚ, ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਏਅਰਪੋਰਟ ਦੇ ਬਾਹਰ। ਉਹਨਾਂ ਨੇ ਵੀ 5 ਜਿਹੜੇ ਹੈ ਏਜੰਡੇ ਉਹ ਸਾਹਮਣੇ ਰੱਖੇ। ਉਸ ਦੇ ਨਾਲ ਹੀ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਆਪ ਆਦਮੀ ਪਾਰਟੀ ਵੱਲੋਂ ਕੌਣ ਹੋਏਗਾ, ਉਹਨਾਂ ਨੇ ਕਹਿਣਾ ਛੇਤੀ ਹੀ ਦਿੱਤਾ ਜਾਏਗਾ ਤੇ ਪੰਜਾਬ ਨੂੰ ਉਸ ਤੇ ਮਾਣ ਹੋਏਗਾ ਜਿਹੜਾ ਵੀ ਚਿਹਰਾ ਆਏਗਾ। ਕਿਤੇ ਨਾ ਕਿਤੇ ਜੋ ਕੁਝ ਕਾਂਗਰਸ ਚ ਚੱਲ ਰਿਹਾ ਹੈ ਉਸੇ ਤਰੀਕੇ ਦਾ ਜੋ ਹੈ ਉਹ ਸੀਐਮ ਚਿਹਰੇ ਨੂੰ ਲੈ ਕੇ ਆਪ ਚ ਵੀ ਚੱਲ ਰਿਹਾ, ਕਿਉਂਕਿ ਮਿਲਦੀ ਜੁਲਦੀ ਗੱਲ ਹੈ, ਹਾਲਾਂਕਿ ਕੰਟੈਕਸਟ ਤੋਂ ਬਾਹਰ, ਬਟ ਫਿਰ ਵੀ ਮੈਂ ਇਸ ਕਰਕੇ ਗੱਲ ਕਰ ਰਿਹਾ ਕਿ ਕਿਤੇ ਨਾ ਕਿਤੇ ਉਹ ਵੀ ਚੱਲ ਰਿਹਾ। ਕਿਤੇ ਤੁਸੀਂ ਥੋੜਾ ਜਿਹਾ ਜਿਹੜਾ ਹੈ ਸੇਫ ਸਾਈਡ ਲੈ ਕੇ ਛੇਤੀ ਇਸ ਵੱਲ ਨੂੰ ਹੋ ਜਾਏ, ਕਿਤੇ ਕਾਂਗਰਸ ਵਾਂਗੂ ਤੁਹਾਡੇ ਵੀ ਨਾ ਸ਼ੁਰੂ ਹੋ ਜਾਏ ਕੰਮ ਦਾ। ਰਮਨ ਜੀ। ਦੇਖੋ ਨਿਲ ਜੀ, ਠੀਕ ਹੈ, ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ। ਸਭ ਤੋਂ ਪਹਿਲਾਂ ਮੇਰੇ ਵੀਰ ਕੁਲਦੀਪ ਜੀ ਨੇ ਗੱਲ ਕਹੀ ਸੀ ਕਿ ਸਿੱਧੂ ਜੀ ਵੱਲ ਇਹ ਝਾਕ ਰਹੇ ਨੇ, ਵੇਰ ਕਦੇ ਇੱਧਰ ਕਦੇ ਉੱਧਰ। ਪਾਰਟੀ ਕੋਈ ਵੀ ਹੋਵੇ, ਜਿਹੜੀਆਂ ਨੈਸ਼ਨਲ ਪਾਰਟੀਆਂ ਹੁੰਦੀਆਂ ਨੇ ਸਮੁੰਦਰ ਹੈ, ਕਈ ਆਏ ਕਈ ਚਲੇ ਗਏ, ਕਦੇ ਵੇਰ ਅੰਦਰ ਕਦੇ ਬਾਹਰ, ਇਹ ਤਾਂ ਚੱਲਦਾ ਰਹਿਣਾ। ਕਦੇ ਸਿੱਧੂ ਕਦੇ ਤੁਹਾਡਾ ਵੀ 17 ਹੁੰਦਾ ਸੀ। ਆ ਤੁਹਾਡੀਆਂ ਜੇ ਪੁਰਾਣੀਆਂ ਡਿਬੇਟਾਂ ਚੱਕ ਕੇ ਦੇਖ ਲਈਏ ਤਾਂ ਤੁਸੀਂ ਕੈਪਟਨ ਸਾਹਿਬ ਨੂੰ ਝੱਲਦੇ ਨਹੀਂ ਸੀ। ਅੱਜ ਜਿਹੜਾ ਤੁਸੀਂ ਕੈਪਟਨ ਸਾਹਿਬ ਦੇ ਹੱਕ 'ਚ ਬੋਲ ਰਹੇ ਹੋ, ਕਿਉਂਕਿ ਤੁਹਾਨੂੰ ਪੰਜਾਬ 'ਚ ਹੋਰ ਕੋਈ ਮਿਲ ਨਹੀਂ ਰਿਹਾ ਚਿਹਰਾ, ਤੁਸੀਂ ਝਾਕ ਰਹੇ ਹੋ ਕਿ ਕੈਪਟਨ ਸਾਹਿਬ ਕਦੇ ਸਾਡੀ ਝੋਲੀ ਜੇ ਆਉਣ, ਅਸੀਂ ਉਹਨਾਂ ਦੇ ਮੋਢੇ ਤੇ ਰੱਖ ਕੇ ਚਲਾ ਕੇ ਅਸੀਂ ਪੰਜਾਬ 'ਚ ਪੈਰ ਧਰਨ ਜੋਗੇ ਹੋਈਏ, ਕਿਉਂਕਿ ਪੰਜਾਬ ਦੇ ਲੋਕ ਬੀਜੇਪੀ ਨੂੰ ਝੱਲ ਨਹੀਂ ਰਹੇ ਇਸ ਟਾਈਮ। ਸੋ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ, ਇਹ ਤਾਂ ਚੱਲਦਾ ਹੀ ਰਹਿਣਾ। ਪਾਰਟੀਆਂ ਦੇ ਵਿੱਚ ਜੇ ਕੋਈ ਚਲਾ ਗਿਆ ਤਾਂ ਕਿਸੇ ਵਜ੍ਹਾ ਕਾਰਨ ਗਿਆ ਹੋਊਗਾ, ਕੋਈ ਆਪਣੇ ਹਿੱਤ ਕਾਰਨ ਗਿਆ ਹੋਊਗਾ। ਪਾਰਟੀ ਦੇ ਹਿੱਤ 'ਚ ਤਾਂ ਪਾਰਟੀ ਦੇ ਵਿੱਚ ਰਹਿ ਕੇ ਗੱਲ ਕਰਨੀ ਪੈਂਦੀ ਹੈ। ਤੇ ਅਨਿਲ ਜੀ, ਮੈਂ ਤੁਹਾਡੀ ਗੱਲ ਦਾ ਜਵਾਬ ਇਸ ਕਰਕੇ, ਕੇਜਰੀਵਾਲ ਜੀ ਨੇ ਜੋ ਵੀ, ਪਹਿਲੀ ਗੱਲ ਤਾਂ ਲੁਧਿਆਣਾ ਜਿਹੜਾ ਸ਼ਹਿਰ ਹੈ ਇੰਡਸਟਰੀ ਦੀ ਹੱਬ ਹੈ, ਇੰਡਸਟਰੀਅਲਿਸਟਾਂ ਨੂੰ ਉਹ ਬੇਨਤੀ ਕਰਨ ਆਏ ਨੇ। ਅੱਜ ਦੀ ਸਾਰੀ ਦਿਹਾੜੀ ਉਹਨਾਂ ਦੀ ਰਾਤ ਦੇ 12 ਵਜੇ ਤੱਕ ਇੰਡਸਟਰੀਅਲਿਸਟਾਂ ਨਾਲ ਵੱਡੇ ਵੱਡਿਆਂ ਨਾਲ ਮੀਟਿੰਗ ਹੈ, ਔਰ ਉਹਨਾਂ ਨੂੰ ਉਹ ਬੇਨਤੀ ਕਰਨਗੇ ਕਿ ਪੰਜਾਬ ਦੀਆਂ ਸਮੱਸਿਆਵਾਂ ਕੀ ਨੇ, ਉਹ ਸੁਣਨਗੇ ਉਹਨਾਂ ਦੀਆਂ ਸਮੱਸਿਆਵਾਂ ਕੀ ਨੇ, ਉਹ ਕੀ ਚਾਹੁੰਦੇ ਨੇ ਆਉਣ ਵਾਲੇ ਸਮੇਂ ਲਈ। ਕੱਲ ਦਾ ਜਿਹੜਾ ਆਪਣੇ ਦੁਪਹਿਰੇ 2 ਵਜੇ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਹੈ, ਉਹ ਕੁਝ ਐਲਾਨ ਕਰਕੇ ਜਾਣਗੇ ਜਿਹੜੇ ਪੰਜਾਬ ਵਾਸੀਆਂ ਦੇ ਹਿੱਤ 'ਚ ਵੀ ਹੋਣਗੇ, ਔਰ ਹੋ ਸਕਦਾ ਵੀ ਉਹ ਆਉਣ ਵਾਲੇ ਚੀਫ ਮਿਨਿਸਟਰ ਬਾਰੇ ਵੀ ਚਾਨਣਾ ਪਾ ਜਾਣ, ਕਿਉਂਕਿ ਉਹਨਾਂ ਨੇ ਥੋੜਾ ਜਿਹਾ ਉਮੀਦ ਕੀਤੀ ਜਾ ਸਕਦੀ ਹੈ। ਬਿਲਕੁਲ ਕੀਤੀ ਜਾ ਸਕਦੀ ਹੈ। ਉਹਨਾਂ ਨੇ ਥੋੜਾ ਜਿਹਾ ਹਿੰਟ ਵੀ ਦਿੱਤਾ ਸੀ ਆਪਣੀ ਪ੍ਰੈਗਨੈਂਸ ਵੀ, ਮੈਂ ਹੋ ਸਕਦਾ ਵੀ ਹੋ ਜਾਣ ਆਪ ਦੇ, ਇਹ ਵੀ ਹੋ ਸਕਦਾ ਕੱਲ ਨੂੰ ਰਾਣਾ ਚਹਿਲ ਜੀ ਆਪ ਦੇ ਬੁਲਾਰੇ ਬਣ। ਚਲੋ ਕੁਲਦੀਪ ਜੀ ਸਮਾਂ ਕੋਈ ਪਤਾ ਨਹੀਂ ਹੈ ਕੁਲਦੀਪ ਜੀ, ਕੋਈ ਚੱਕਰ ਨਹੀਂ ਹੈ। ਜੇ ਕੋਈ ਆਉਂਦਾ ਤੁਸੀਂ ਆਓ, ਤੁਹਾਡਾ ਵੀ ਮੋਸਟ ਵੈਲਕਮ ਹੈ, ਸਾਨੂੰ ਕੋਈ ਚੱਕਰ ਨਹੀਂ ਹੈ। ਇਹ ਤਾਂ ਪੰਜਾਬ ਦੇ ਹਿੱਤਾਂ ਦੀ ਗੱਲ ਹੈ। ਠੀਕ ਹੈ ਰਮਨ ਜੀ, ਠੀਕ ਹੈ, ਮੈਂ ਦੁਬਾਰਾ ਆਉਣਾ ਤੁਹਾਡੇ ਕੋਲ ਵਨਡੀ ਕਮੈਂਟ ਵਾਸਤੇ ਦੁਬਾਰਾ ਆਊਂਗਾ। ਰਾਣਾ ਜੀ, ਕੁਝ ਪੁਆਇੰਟ ਰੇਜ਼ ਹੋਏ, ਸਿੱਧੂ ਸਾਹਿਬ ਨੇ ਗੱਲ ਕੀਤੀ, ਤੁਸੀਂ ਸੁਣੀ ਕਿ ਪ੍ਰਸ਼ਾਂਤ ਕਿਸ਼ੋਰ ਦੀ ਸਟ੍ਰੈਟਜੀ ਚੱਲ ਰਹੀ ਹੈ, ਕਾਂਗਰਸ ਲੋਕਾਂ ਦੀ ਨਹੀਂ ਸੋਚਦੀ। ਉਸ ਤੋਂ ਬਾਅਦ ਕੁਲਦੀਪ ਜੀ ਨੇ ਕੁਝ ਪੁਆਇੰਟ ਰੇਜ਼ ਕੀਤੇ ਹੈ ਕਿ ਪਾਰਟੀ ਜਿਹੜੀ ਹੈ ਉਹ ਜਿਹੜੀ ਕਿਸ ਪਾਸੇ ਨੂੰ ਜਾ ਰਹੀ ਹੈ, ਕਿਆ ਜਿਹੜੀਆਂ ਸਿੱਧੂ ਸਾਹਿਬ ਦੇ ਅਸਤੀਫੇ ਨਾਲ ਜਿਹੜੀਆਂ ਨਿਯੁਕਤੀਆਂ ਉਹ ਰੱਦ ਹੋ ਜਾਣਗੀਆਂ, ਕਿਆ ਉਹਦੇ ਨਾਲ ਕੋਈ ਫਾਇਦਾ ਹੋ ਜਾਏਗਾ। ਤੇ ਇਸ ਦੇ ਨਾਲ ਹੀ ਹੈ ਕਿ ਕੈਪਟਨ ਸਾਹਿਬ ਦੇ ਨਾਲ, ਜੋ ਕੈਪਟਨ ਸਾਹਿਬ ਖੁਦ ਕਹਿ ਰਹੇ ਹੈ ਕਿ
ਹਿਊਮਿਲੇਟ ਉਹਨਾਂ ਨੂੰ ਕੀਤਾ ਗਿਆ, ਕੌਨਫੀਡੈਂਸ ਲੈ ਕੇ ਹੋ ਜਾਂਦਾ। ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਜੋ ਇਸ ਵੇਲੇ ਜਿਹੜਾ ਚੱਲ ਰਹੀ ਹੈ, ਹਲਚਲ ਚੱਲ ਰਹੀ ਹੈ, ਘਸਮਾਨ ਜਿਹੜਾ ਆਪਾਂ ਕਹਿ ਸਕਦੇ ਹਾਂ ਪਿਆ ਹੋਇਆ, ਉਹਨੂੰ ਹੀ ਕਰ। ਰਾਣਾ ਜੀ ਆਪਾਂ ਸ਼ਾਰਟ ਚ ਰੱਖਣਾ ਤੇ ਤੁਹਾਡੇ ਕੋਲ ਲਾਸਟ ਮੈਂ ਵਾਈਂਡ ਸ਼ਾਰਟ ਚ ਰੱਖਣਾ, ਲਾਸਟ ਚ ਤੁਹਾਡੇ ਕੋਲ ਵਾਈਂਡਿੰਗ ਕਮੈਂਟ ਵਾਸਤੇ ਮੈਂ ਫੇਰ ਆਉਂਗਾ। ਹਾਂ, ਗੱਲ ਸੁਣੋ ਜੀ, ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਇਹ ਜਾਤੀ ਦੇ ਨਾਂ ਤੇ, ਨੈਸ਼ਨਲ ਸਿਕਿਉਰਿਟੀ ਦੇ ਨਾਂ ਤੇ ਇਹ ਜਿਹੜੀ ਸਿਆਸਤ ਕਰਦੀ ਹੈ, ਬੀਜੇਪੀ ਕਰਦੀ ਹੈ। ਮੇਰੇ ਵੀਰ ਕੁਲਦੀਪ ਨੇ ਗੱਲ ਕੀਤੀ ਕਿ ਜੀ ਇੱਕ ਦਲਿਤ ਮੁੱਖ ਮੰਤਰੀ ਬਣਾ ਦਿੱਤਾ, ਕੀ ਸਿੱਧੂ ਸਾਹਿਬ ਤੋਂ ਚੱਲਿਆ ਨਹੀਂ ਜਾਂਦਾ? ਉਹ ਭਾਈ ਨਵਜੋਤ ਸਿੰਘ ਸਿੱਧੂ ਹੀ ਇਹਨਾਂ ਨੂੰ ਮੁੱਖ ਮੰਤਰੀ ਬਣਾ ਕੇ ਲਿਆਏ ਆ। ਸਭ ਤੋਂ ਵੱਡੀ ਨਾਂ ਦੀ ਪ੍ਰਪੋਜ਼ਲ ਹੀ ਇਹਨਾਂ ਨੇ ਰੱਖੀ ਸੀ ਵੀ ਚੰਨੀ ਸਾਹਿਬ ਨੂੰ ਬਣਾਓ। ਤੇ ਦੂਸਰੀ ਗੱਲ ਆ ਗਈ, ਇਹ ਗੱਲ ਕਰਦੇ ਸੀ ਸਾਡੇ ਅਕਾਲੀ ਦਲ ਵਾਲੇ ਕਿ ਸਰਦਾਰ ਪ੍ਰਕਾਸ਼ ਸਿੰਘ, ਬਾਕੀ ਗੱਲ ਕਰ ਰਹੇ ਸੀ ਅਕਾਲੀ ਦਲ ਵਾਲੇ ਵੀ ਜੀ ਵੀ ਟੌੜਾ ਸਾਹਿਬ ਦੇ ਕੈਪਟਨ ਬਾਦਲ ਸਾਹਿਬ ਦਾ, ਮੈਂ ਸਮਝਦਾ ਟੌੜਾ ਸਾਹਿਬ ਦਾ ਤੇ ਜੇ ਇਹਨਾਂ ਨੇ ਕੰਮ ਕੀਤਾ ਨਾ, ਕਦੇ ਪ੍ਰਕਾਸ਼ ਸਿੰਘ ਬਾਦਲ ਦਾ ਕੰਪੈਰੀਜ਼ਨ ਹੋ ਹੀ ਨਹੀਂ ਸਕਦਾ। ਜਿਹੜੇ ਟੌੜਾ ਸਾਹਿਬ ਸੀਗੇ ਉਹ ਜਿਵੇਂ ਇੱਕ ਕਹਿਦਾ ਨੇ ਮੈਨ ਵਿਦ ਵਰਡਸ, ਜਿੰਨਾ ਕੁ ਮੈਂ ਉਹਨਾਂ ਬਾਰੇ ਪੜ੍ਹਿਆ ਜਾਂ ਉਹਨਾਂ ਬਾਰੇ ਉਹਨਾਂ ਦੇ ਪੁਰਾਣੇ ਸਾਥੀਆਂ ਤੋਂ ਗਿਆਨ ਲਿਆ, ਉਹਦੇ ਸੀ ਵੀ ਟੌੜਾ ਸਾਹਿਬ ਨੇ ਜਿਹੜੀ ਗੱਲ ਕਰ ਦਿੱਤੀ ਉਹ ਉਸੇ ਦੇ ਉੱਪਰ ਪੱਕੇ ਰਹਿੰਦੇ ਸੀਗੇ। ਤੇ ਸ਼ਾਇਦ ਇਹ ਪਾਰਟੀ ਦੇ ਵਿੱਚ ਜ਼ਰੂਰ ਹੋਣਗੇ, ਪਰ ਪ੍ਰਕਾਸ਼ ਸਿੰਘ ਬਾਦਲ ਸਾਡੇ ਹਲਕੇ ਤੋਂ ਆਉਂਦੇ ਆ। ਅਸੀਂ ਛੋਟੇ ਹੁੰਦਿਆਂ ਨੇ ਉਹਨਾਂ ਨੂੰ ਬਹੁਤ ਨੇੜਿਓਂ ਦੇਖਿਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਟ੍ਰੈਟਜੀ ਕੀ ਰਹਿੰਦੀ ਹੁੰਦੀ ਸੀ, ਕੀ ਕਿੰਨੇ ਕੋ ਜ਼ੁਬਾਨ ਦੇ ਪੱਕੇ ਆ। ਸੋ ਇਹ ਗੱਲਾਂ ਹੈਗੀਆਂ ਅਲੱਗ ਇਹਨਾਂ ਦੇ, ਮੈਂ ਕਿਉਂਕਿ ਇਹਨਾਂ ਦੀ ਪਾਰਟੀ ਦਾ ਇੰਟਰਨਲ ਮਸਲਾ, ਉਹਦੇ ਤੇ ਨਹੀਂ ਜਾਵਾਂਗੇ। ਤੁਹਾਡਾ ਪਾਰਟੀ ਦੇਖੋ ਚੌਥੇ ਦਿਨ ਬਦਲ ਜਾਂਦਾ ਹੈ। ਸਿੱਧੂ ਸਾਹਿਬ ਨੂੰ ਕਹਿ ਰਹੇ ਹੋ ਇਹ ਗੱਲ ਐਡੇ ਵੱਡੇ ਰਾਣਾ ਜੀ ਗੱਲ ਹੈ ਨਾ, ਸਿੱਧੂ ਸਾਹਿਬ ਜਿਹੜਾ ਗੱਲ ਤਾਂ ਤੁਹਾਨੂੰ ਇਹ ਪ੍ਰਧਾਨ ਹੀ ਨਹੀਂ ਬਣਾਉਣਾ ਚਾਹੀਦਾ ਸੀ ਸਿੱਧੂ ਨੂੰ, because he is too junior. There are a lot of senior people sitting in the party. ਇਹ ਤਾਂ ਗੱਲ ਸਾਹਿਬ ਤੋਂ ਮੈਂ ਤੁਹਾਡੇ ਕੋਲ ਯਾਰ ਤੁਹਾਡੇ ਕੋਲ ਆਪਾਂ ਤੁਸੀਂ ਉਹਨੂੰ ਬਣਾ ਵੀ ਦਿੱਤਾ ਤੇ ਫਿਰ ਉਹਨੂੰ ਐਟਲੀਸਟ ਯੂ ਸ਼ੁਡ ਥਿੰਕ ਅਬਾਊਟ ਦਾ ਪੀਪਲ ਆਫ ਦਾ ਪੰਜਾਬ, ਲੋਕਾਂ ਦੇ ਪੰਜਾਬ ਦੇ ਲੋਕਾਂ ਬਾਰੇ ਸੋਚਣਾ ਚਾਹੀਦਾ ਉਹਨਾਂ ਨੂੰ। ਸਿੱਧੂ ਸਾਹਿਬ ਆ ਤੁਹਾਡੇ ਕੋਲ ਹਾਂ ਜੀ ਰਾਣਾ ਜੀ ਇਹ ਗੱਲ ਹੈ ਨਾ, ਇਹੀ ਤਾਂ ਗੱਲ ਹੈ ਨਾ। ਫਸਟ ਆਫ ਆਲ ਆਈ ਵਾਂਟ ਟੂ ਕਲੀਅਰ ਦੈਟ ਕਾਂਗਰਸ ਪਾਰਟੀ ਇਜ਼ ਨਾਟ ਐਨੀ ਪ੍ਰਾਈਵੇਟ ਲਿਮਿਟਡ ਕੰਪਨੀ ਲਾਈਕ ਅ ਬਾਦਲ, ਕਿ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਹੀ ਚੱਲੂਗਾ, ਸੁਖਬੀਰ ਦਾ ਹੀ ਚੱਲੂਗਾ। ਇਹ ਪਾਰਟੀ ਬਹੁਤ ਵੱਡਾ ਸਮੁੰਦਰ ਹੈ, ਜਿੱਥੇ ਜਿਹੜਾ ਕੰਮ ਕਰੂਗਾ ਇਹਦੇ ਵਿੱਚ ਉਹਨੂੰ ਮੌਕਾ ਮਿਲੂਗਾ। ਕੋਈ ਭੁਲੇਖਾ ਉਹ ਭਰਾਵਾ ਚੁੱਪ ਕਰ ਜਾ ਵਿੱਚ, ਚੁੱਪ ਕਰ ਜਾ ਵਿੱਚ, ਭਰਾਵਾ ਚੁੱਪ ਕਰ ਜਾ ਰਾਣਾ ਜੀ, ਭਰਾਵਾ ਚੁੱਪ ਕਰ ਜਾ। ਕੁਲਦੀਪ ਸਿਆਂ, ਤੁਸੀਂ ਕੰਟੀਨਿਊ ਕਰੋ ਰਾਣਾ ਜੀ। ਉਹ ਕੁਲਦੀਪ ਸਿਆਂ ਚੁੱਪ ਕਰ ਜਾ, ਬਹੁਤ ਸਿਆਣਾ ਭਰਾਵਾ, ਗੱਲ ਕਰ ਲੈਣ ਦੇ ਪੂਰੀ। ਗੱਲ ਇਹ ਆ ਭਰਦਵਾਜ ਸਾਹਿਬ, ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਬੰਦਾ ਕੈਪੇਬਲ ਹੋਊਗਾ, ਜੇ ਕੈਪਟਨ ਸਾਹਿਬ ਦੀ ਕਿਤੇ ਕ੍ਰੈਡੀਬਿਲਿਟੀ ਦੇ ਵਿੱਚ ਤੇ ਕੈਪੇਬਲ ਨਾ ਹੋਣ ਦੇ ਵਿੱਚ ਕੋਈ ਸ਼ੱਕ ਸੀ, ਪਾਰਟੀ ਨੇ ਉਹਨਾਂ ਨੂੰ ਤਬਦੀਲ ਕਰ ਦਿੱਤਾ। ਸਿੱਧੂ ਸਾਹਿਬ ਤੇ ਕੋਈ ਵਿਸ਼ਵਾਸ ਸੀ ਕਾਂਗਰਸ ਦੇ ਵਰਕਰਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਤਾਂ ਉਹਨੂੰ ਪ੍ਰਧਾਨ ਲਾ ਦਿੱਤਾ। ਸਾਡੀ ਪਾਰਟੀ ਦਾ ਇੰਟਰਨਲ ਮਸਲਾ, ਕਿਹਨੂੰ ਲਾਇਆ ਕਿਹਨੂੰ ਨਹੀਂ ਲਾਇਆ। ਦੂਜੀ ਗੱਲ, ਅੱਜ ਸਿੱਧੂ ਸਾਹਿਬ ਮੁੱਦਿਆਂ ਦੀ ਗੱਲ ਕਰ ਰਹੇ ਆ, ਮੁੱਦਿਆਂ ਤੋਂ ਪੰਜਾਬ ਦੇ ਲੋਕਾਂ ਨੂੰ ਭਟਕਾਇਆ ਨਹੀਂ ਜਾ ਸਕਦਾ। ਪੰਜਾਬ ਦੇ ਲੋਕ ਬੜੇ ਸਿਆਣੇ ਹੋ ਗਏ। ਇਹ ਦੋ ਜਿਹੜੇ ਮੁੱਦੇ ਹੈਗੇ, ਆਉਣ ਵਾਲੇ ਸਮੇਂ 'ਚ ਅੱਜ ਚੰਨੀ ਸਾਹਿਬ ਨੇ ਪ੍ਰੈਸ ਕਾਨਫਰੰਸ ਵਿੱਚ ਗੱਲ ਕਰ ਦਿੱਤੀ ਕਿ ਨਵਜੋਤ ਸਿੰਘ ਸਿੱਧੂ ਤੇ ਮੇਰਾ ਕੱਲ ਨੂੰ ਟਾਈ ਅਪ ਹੋ ਜਾਣਾ, ਅਸੀਂ ਬਹਿ ਕੇ ਗੱਲਬਾਤ ਕਰਾਂਗੇ। ਜੇ ਸਿੱਧੂ ਸਾਹਿਬ ਚਾਹਣਗੇ ਤੇ ਇਹਨਾਂ ਬੰਦਿਆਂ ਨੂੰ ਤਬਦੀਲ ਕਰ ਦਿੱਤਾ ਜਾਊਗਾ। ਠੀਕ ਹੈ, ਚੱਲ ਸਾਹਿਬ ਆ ਰਹੇ ਤੁਹਾਡੇ ਦੁਆਰਾ ਆ ਰਹੇ। ਸਿੱਧੂ ਸਾਹਿਬ ਹੁਣ ਤੁਸੀਂ ਗੱਲ ਕਰ ਲਓ ਜੀ। ਲਾਸਟ ਕਮੈਂਟ, ਤੁਹਾਡਾ ਟਾਈਮ ਆਪਣੇ ਕੋਲ ਘੱਟ ਹੈ ਜੀ। ਮੈਂ ਪਹਿਲਾਂ ਤਾਂ ਇਹਨਾਂ ਨੂੰ, ਆਪਣੇ ਕਾਂਗਰਸ ਵਾਲੇ ਭਰਾ ਨੂੰ ਪੁੱਛਣਾ ਚਾਹੁੰਦਾ ਕਿ ਸਾਨੂੰ ਤਾਂ ਇਹ ਕਹਿ ਰਹੇ ਨੇ ਕਿ ਬਾਦਲ, ਸਾਡੇ ਤਾਂ ਮਾਸਟਰ ਤਾਰਾ ਸਿੰਘ ਤੋਂ ਲੈ ਕੇ ਸੰਤ ਫਤਿਹ ਸਿੰਘ ਔਰ ਜਥੇਦਾਰ ਤਲਵੰਡੀ ਹੋਣੀ, ਫਿਰ ਸੰਤ ਲੌਂਗੋਵਾਲ ਹੋਣੀ, ਸੁਰਜੀਤ ਸਿੰਘ ਬਰਨਾਲਾ ਹੋਣੀ ਪ੍ਰਧਾਨ ਰਹੇ ਨੇ। ਤੇ ਤਾਂ ਹੁਣ ਐਟਲੀਸਟ ਮਤਲਬ ਲਗਾਤਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਨੇ। ਇਹਨਾਂ ਦੇ ਤਾਂ ਇਹ ਕਿਸੇ ਨੂੰ ਪ੍ਰਧਾਨ ਹਜਮ ਹੀ ਨਹੀਂ ਕਰ ਸਕਦੇ। ਰਾਈਟ ਫਰਮ ਦਾ ਜਦੋਂ ਦੇ ਆਜ਼ਾਦ ਹੋਏ ਆ, ਨਹਿਰੂ ਫੈਮਿਲੀ ਇਜ਼ ਰੂਲਿੰਗ ਦਾ ਕਾਂਗਰਸ। ਹਾਊ ਕੈਨ ਹੀ ਸੇ ਕਿ ਵੀ ਜਿਹੜੀ ਇਹ ਅਕਾਲੀ ਦਲ ਦੇ ਵਿੱਚ ਕੋਈ ਡੈਮੋਕ੍ਰੇਸੀ ਨਹੀਂ ਹੈ। ਅੱਜ ਵੀ ਅਕਾਲੀ ਦਲ ਦੇ ਵਿੱਚ ਡੈਮੋਕ੍ਰੇਸੀ ਹੈ। ਅੱਜ ਵੀ ਜੋ ਫੈਸਲੇ ਨੇ ਯੂਨਾਈਟਿਡਲੀ ਲੈ ਜਾਂਦੇ ਨੇ, ਸਾਡੀ ਕੋਰ ਕਮੇਟੀ ਹੈ ਉਹ ਸਾਰੇ ਫੈਸਲੇ ਲੈਂਦੀ ਹੈ। ਇਹ ਨਹੀਂ ਕਿ ਇਹਨਾਂ ਦੇ ਜਿਹੜੇ ਫੈਸਲੇ ਨੇ ਦਿੱਲੀੋਂ ਜਿਹੜੇ ਹੈਗੇ ਰਾਹੁਲ ਗਾਂਧੀ ਜੀ ਲੈ ਕੇ ਇੰਪਲੀਮੈਂਟ ਕਰ। ਸੋ ਇਸ ਲਈ ਮੇਰੀ ਬੇਨਤੀ ਹੈ ਕਿ ਪੰਜਾਬ ਦੇ ਲੋਕਾਂ ਤੇ ਤਰਸ ਖਾਓ। ਕਾਂਗਰਸ ਦੇ ਲੀਡਰੋ, ਤੁਹਾਨੂੰ ਲੋਕਾਂ ਨੇ ਰੂਲ ਕਰਨ ਲਈ ਚੁਣਿਆ ਸੀ ਔਰ ਤੁਸੀਂ ਜੋ ਲੋਕਾਂ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਅੱਜ ਪੰਜਾਬ ਦੇ ਲੋਕਾਂ ਦਾ, ਉਹਦੇ ਬਾਰੇ ਸੋਚੋ। ਅੱਜ ਤੁਸੀਂ ਆਪਣੀਆਂ ਹਉਮੈਂ ਛੱਡ ਕੇ ਲੋਕਾਂ ਬਾਰੇ ਸੋਚੋ। ਜਿੱਥੋਂ ਤੱਕ ਅਫਸਰਾਂ ਦਾ ਸਵਾਲ ਹੈ, ਅਫਸਰ ਸਰਕਾਰੀ ਹੁੰਦੇ ਨੇ ਔਰ ਇਹਨਾਂ ਨੂੰ, ਅਫਸਰਾਂ ਦੀਆਂ ਜਿਹੜੀਆਂ ਪੋਸਟਾਂ ਨੇ ਇਹਨਾਂ ਨੂੰ ਪੋਲੀਟੀਸਾਈਜ਼ ਨਾ ਕਰੋ। ਔਰ ਕਿਸੇ ਵੀ, ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਅਫਸਰ ਮਾੜਾ ਹੈ। ਸਾਰੇ ਅਫਸਰ ਜਿਸ ਨੂੰ ਜੋ ਸਰਕਾਰ ਕਹੇਗੀ ਉਹ ਡਿਊਟੀ ਕਰਦੇ ਨੇ। ਔਰ ਇਸ ਤਰ੍ਹਾਂ ਮਤਲਬ ਅਫਸਰਾਂ ਨੂੰ ਵੀ ਮਤਲਬ ਵਿੱਚ ਪੋਲੀਟੀਸਾਈਜ਼ ਕਰਕੇ ਜਾਂ ਆਪਣੀ ਹਉਮੈ ਨੂੰ ਵਿਆਉਣ ਲਈ ਉਹਨਾਂ ਨੂੰ ਕੁਰਬਾਨ ਕਰ ਦੇਣਾ, ਮੈਨੂੰ ਨਹੀਂ ਲੱਗਦਾ ਕੋਈ ਬੜਾ ਵਧੀਆ ਫੈਸਲਾ ਹੈ।
ਜਿਸ ਤਰ੍ਹਾਂ ਸਰਦਾਰ ਡੀਜੀਪੀ ਨੇ ਸਰਦਾਰ ਕਮਾਲਪ੍ਰੀਤ ਸਿੰਘ ਸੋਤਾ ਜਾਂ ਜਿਹੜੇ ਉਹ ਆਪਣੇ ਲਾਏ ਨੇ ਐਡਵੋਕੇਟ ਜਨਰਲ, ਮੈਨੂੰ ਲੱਗਦਾ ਉਹਨਾਂ ਦਾ ਬਹੁਤ ਸੋਹਣਾ ਟਰੈਕ ਰਿਕਾਰਡ ਹੈ। ਕੋਈ ਵੀ ਮਤਲਬ ਉਹਨਾਂ ਦੇ ਵਿੱਚ ਕਮੀ ਨਹੀਂ ਸਾਨੂੰ ਆਈ ਕਿਸੇ ਤਰ੍ਹਾਂ ਦੀ ਦਿਸਦੀ, ਕਿਉਂਕਿ ਉਹ ਸਾਡੀ ਪਾਰਟੀ ਨਾਲ ਵੀ, ਸਾਡੇ ਰਾਜ ਦੇ ਦੌਰਾਨ ਸਾਡੇ ਨਾਲ ਵੀ ਜੁੜੇ ਰਹੇ ਨੇ। ਸਾਡੇ ਬਰਨਾਲੇ ਉਹ ਇੱਥੇ ਠੀਕ ਹੈ ਸਿੱਧੂ ਸਾਹਿਬ ਠੀਕ ਹੈ, ਗੱਲ ਆ ਗਈ ਤੁਹਾਡੀ। ਹਾਂਜੀ ਕੁਲਦੀਪ ਜੀ, ਲਾਸਟ 20 ਸੈਕਿੰਡ। ਕੁਲਦੀਪ ਜੀ ਲਾਸਟ ਕਮੈਂਟ ਤੁਹਾਡਾ 20 ਸੈਕਿੰਡ। ਭਾਰਦਵਾਜ ਜੀ, ਮੈਨੂੰ ਬੜਾ ਹਾਸਾ ਆ ਰਿਹਾ, ਦੋ ਪਾਰਟੀਆਂ ਜਿਹੜੀਆਂ ਕਿ ਪਰਿਵਾਰਕ ਪਾਰਟੀਆਂ, ਔਰ ਉਹ ਦੋਨੇ ਪਾਰਟੀਆਂ ਇੰਟਰਨਲ ਡੈਮੋਕ੍ਰੇਸੀ ਦੀ ਗੱਲ ਕਰ ਰਹੀਆਂ, ਅਕਾਲੀ ਦਲ ਤੇ ਕਾਂਗਰਸ। ਮਤਲਬ ਬੜੀ ਮੈਨੂੰ ਨਾ ਇਹ ਹਾਸੋਹੀਣੀ ਸਥਿਤੀ ਹੈ। ਪਹਿਲਾਂ ਤਾਂ ਮੈਂ ਕਾਂਗਰਸ ਤੇ ਵਾਰ ਕਰਦਾ ਹਾਂ ਕਿ ਕਾਂਗਰਸ ਜਿਹੜੀ ਇੰਟਰਨਲ ਡੈਮੋਕ੍ਰੇਸੀ ਦੀ ਗੱਲ ਕਰਦੀ ਹੈ, ਇਹਨਾਂ ਨੂੰ ਸਮਝ ਨਹੀਂ ਆ ਰਿਹਾ ਸੀਗਾ ਕੱਲ ਵੀ ਮੰਤਰੀ ਬਣਾਉਣਾ। ਜੇ ਮੰਤਰੀ, ਪਹਿਲੀ ਗੱਲ ਤਾਂ ਸੀਐਮ ਸੁਬਾਹ ਦਾ ਸੀਐਮ ਹੋਰ, ਸ਼ਾਮ ਦਾ ਹੋਰ, ਦੁਪਹਿਰ ਦਾ ਹੋਰ, ਰਾਤ ਦਾ ਹੋਰ। ਇਹਨਾਂ ਦਾ ਕੋਈ ਪਤਾ ਨਹੀਂ ਕੱਲ ਨੂੰ ਸੀਐਮ ਹੀ ਬਦਲ ਦੇਣ, ਇਹਨਾਂ ਦਾ ਕੋਈ ਪਤਾ ਨਹੀਂ ਕੱਲ ਨੂੰ ਸੀਐਮ ਉਹ ਕਹਿਣ ਵੀ ਇਹ ਤਾਂ ਦਲਿਤ ਚਿਹਰਾ ਹੈ ਜੀ, ਇਹ ਤਾਂ ਬਣ ਹੀ ਨਹੀਂ ਸਕਦਾ ਸੀਐਮ। ਇਹ ਜੀ ਕੋਈ ਗੱਲ ਹੋ ਸਕਦੀ ਹੈ, ਹੋ ਸਕਦਾ ਉਹਨੂੰ ਬਹੁਤੀ ਪ੍ਰੋਬਲਮ ਇਹੀ ਹੋਵੇ ਕਿ ਯਾਰ ਇਹ ਤਾਂ ਸੀਐਮ ਸਾਹਿਬ ਤਾਂ ਵਧੀਆ ਕੰਮ ਕਰ ਰਹੇ ਨੇ, ਚੰਨੀ ਸਾਹਿਬ ਤਾਂ ਲੋਕਾਂ ਦੇ ਵਿੱਚ ਬੱਲੇ ਬੱਲੇ ਖੱਟੀ ਜਾਂਦੇ ਨੇ। ਇਹ ਵੀ ਹੋ ਸਕਦਾ, ਮਤਲਬ ਮੇਰਾ ਤਾਂ ਨਾਂ ਕਿਤੇ ਹੈ ਹੀ ਨਹੀਂ। ਮੈਂ ਹੋ ਸਕਦਾ 2022 ਦੇ ਵਿੱਚ ਮੈਂ ਰਮਨ ਜੀ ਥੋੜਾ ਲਾਸਟ ਕਰ ਲੈ ਲਓ ਜੀ ਗੱਲ, ਮੈਨੂੰ ਪੂਰੀ ਕਰ ਲੈ ਲਓ ਪਲੀਜ਼ ਕੁਲਦੀਪ ਜੀ ਫਟਾਫਟ, ਕਿਉਂਕਿ ਨਾ ਆਪਣੇ ਕੋਲ 2 ਮਿੰਟ ਰਹਿ ਗਏ, ਸਿਰਫ 2 ਮਿੰਟ ਰਹਿ ਗਏ। ਪਹਿਲਾਂ ਤਾਂ ਇਹਨਾਂ ਕੋਲੋਂ ਮੰਤਰੀ ਨਹੀਂ ਪੂਰੇ ਆਏ, ਪਹਿਲਾਂ ਤਾਂ ਮੁੱਖ ਮੰਤਰੀ, ਫਿਰ ਮੰਤਰੀ, ਫਿਰ ਡਿਪਾਰਟਮੈਂਟ ਨਹੀਂ ਪਤਾ ਲੱਗਿਆ ਕਿਹਨੇ ਦੇਣੇ ਆ। ਉਹ ਪਤਾ ਹੀ ਨਹੀਂ ਕੌਣ ਬੰਦੇ ਇਹਨਾਂ ਨੂੰ, ਇੱਕ ਪਰਿਵਾਰ ਦੇ 2 ਜੀ ਚਲਾਈ ਜਾਂਦੇ ਆ। ਉਹ ਜੋ ਲਿਖ ਕੇ ਦੇ ਦਿੰਦੇ ਆ ਉਵੇਂ ਇਹ ਮੰਨ ਲੈਂਦੇ ਆ ਕਾਂਗਰਸ ਵਾਲੇ। ਹੁਣ ਆ ਜਾਓ ਅਕਾਲੀ ਦਲ। ਠੀਕ ਕੁਲਦੀਪ ਜੀ, ਗੱਲ ਪੂਰੀ ਨਹੀਂ ਹੋ ਪਾਣੀ, ਟਾਈਮ ਨਹੀਂ ਹੈ। ਮੈਂ ਆਪਾਂ ਦੁਬਾਰਾ ਫੇਰ ਰੱਖ ਲਾਂਗੇ ਚਰਚਾ। ਕੁਲਦੀਪ ਤੁਹਾਡੇ ਕੋਲ ਹਾਂਜੀ ਰਮਨ ਜੀ ਤੁਹਾਡਾ ਲਾਸਟ ਕਮੈਂਟ 10 ਸੈਕਿੰਡ। ਰਮਨ ਜੀ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਕਿ ਭਾਜਪਾ ਪੰਜਾਬ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਜੀ ਦੇ ਰਾਹੀਂ ਆਪਣੀ ਸਿਆਸੀ ਜ਼ਮੀਨ ਤਲਾਸ਼ ਰਹੀ ਹੈ। ਅਕਾਲੀ ਦਲ ਨੇ 10 ਸਾਲ ਰਾਜ ਕਰਕੇ ਦੇਖ ਲਿਆ ਔਰ ਕਾਲੇ ਕਾਨੂੰਨਾਂ ਦਾ ਸਾਥ ਦੇ ਕੇ ਉਹ ਆਪਣਾ ਆਧਾਰ ਖੋ ਚੁੱਕੀ ਹੈ। ਕਾਂਗਰਸ ਜੋ ਕੁਝ ਕਰ ਰਹੀ ਹੈ ਉਹ ਵੀ ਪੰਜਾਬ ਦੇ ਲੋਕ ਜਾਣਦੇ ਨੇ। ਦਿਸਦਾ ਨਹੀਂ ਕਿ ਜਿਹੜੀ ਬੀਬੀ ਹਰਸਿਮਰਤ ਕੌਰ ਬਾਦਲ ਹੈ ਉਹਨੇ ਆਪਣੀ ਵਜ਼ੀਰੀ ਤੋਂ ਅਸਤੀਫਾ ਦਿੱਤਾ ਹੈ। ਤੁਸੀਂ ਸਿਰਫ ਇੱਕੋ ਹੀ ਗੱਲ ਕਹਿ ਰਹੇ ਹੋ, ਤੁਹਾਨੂੰ ਇਹ ਨਹੀਂ ਦਿਸਦਾ ਕਿ ਉਹਨੇ ਕੁਰਬਾਨੀ ਵੀ ਕੀਤੀ ਹੈ। ਜੇ ਤੁਸੀਂ ਇੱਕੋ ਹੀ ਗੱਲ ਕਰੋਗੇ ਤਾਂ ਉਹ ਗਲਤ ਗੱਲ ਹੈ। ਤੁਸੀਂ ਉਹ ਵੀ ਦੇਖੋ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਲੋਕਾਂ ਕਿਸਾਨਾਂ ਲਈ। ਚੋਣਾਂ ਦਾ ਜਿਹੜਾ ਮੁੱਦਾ ਪੰਜਾਬ ਦੇ ਲੋਕ ਤੈਅ ਕਰਨਗੇ, ਸਾਬਕ ਪਾਰਟੀਆਂ ਤੈਅ ਨਹੀਂ ਕਰਨਗੀਆਂ। ਇਹੀ ਮੇਰਾ ਵਾਈਂਡ ਅਪ ਤੁਹਾਡਾ ਕਮੈਂਟ ਹੈ ਸਰ। ਰਾਣਾ ਜੀ ਆਪਣਾ 5 ਸੈਕਿੰਡ ਚ। ਰਾਣਾ ਜੀ ਹਾਂਜੀ ਮਸਲਾ ਛੇਤੀ ਹੱਲ ਹੋ ਜਾਏਗਾ। ਬਿਲਕੁਲ ਬਰਦਵਾਜ ਸਾਹਿਬ, ਮਸਲਾ ਇਹ ਹੱਲ ਹੋ ਜਾਊਗਾ। ਅੱਜ ਦੇ ਸਵੇਰ ਦੀਆਂ 4 ਡਿਬੇਟਾਂ ਤੇ ਸੰਧੂ ਸਾਹਿਬ ਨੇ ਤਾਂ ਕੀ ਕਹਿਣਾ ਸੀ, ਇਹਨਾਂ ਦੇ 4 ਲੀਡਰ ਅਜੇ ਤੱਕ ਉਸ ਸਵਾਲ ਦਾ ਜਵਾਬ ਨਹੀਂ ਦੇ ਪਾਏ ਐਂਕਰਾਂ ਦਾ ਕਿ ਇਹ ਜਿਹੜੀਆਂ 2 ਨਿਯੁਕਤੀਆਂ ਹੋਈਆਂ ਉਹਨਾਂ ਦਾ ਸਵਾਗਤ ਕਰਦੇ ਆ, ਕੀ ਇਹ ਬੰਦੇ ਕੰਪੀਟੈਂਟ ਹੈਗੇ ਕੰਮ ਕਰਨ ਦੇ ਵਿੱਚ, ਉਹ ਜਵਾਬ ਨਹੀਂ ਦੇ ਪਾਏ। ਕਹਿੰਦੇ ਸਾਨੂੰ ਕਿਉਂ ਪੁੱਛਦੇ ਆ। ਮਸਲਾ ਉਮੀਦ ਕਰਦੇ ਆ, ਜਿਵੇਂ ਤੁਸੀਂ ਕਿਹਾ ਮਸਲਾ ਜਲਦੀ ਹੱਲ ਹੋ ਜਾਏਗਾ। ਲੋਕਾਂ ਦੀਆਂ ਉਮੀਦਾਂ ਜਿਹੜੀਆਂ ਹੈ ਉਹ ਪੂਰੀਆਂ ਹੋਣਗੀਆਂ। ਸਮੇਂ ਦੀ ਘਾਟ ਹੈ, ਇਜਾਜ਼ਤ ਦਿਓ। ਸਾਰਿਆਂ ਦਾ ਧੰਨਵਾਦ। ਥੈਂਕ ਯੂ ਜੀ।